ਇਹ ਬਾਣੀ ਜੋ ਜੀਉ ਜਾਣੈ, ਤਿਸ ਅੰਤਰ ਰਵੈ ਹਰਿ ਨਾਮ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਬਾਣੀ ਬਿਰਲੋ ਵਿਚਾਰਸੀ, ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ, ਨਿਜ ਘਰ ਵਾਸਾ ਹੋਏ। ਸੁਣਿਐ ਸਾਰਾ ਗੁਨਾ ਕੇ ਗਾਹ, ਸੁਣਿਐ ਸ਼ੇਖ ਪੀਰ ਪਾਤਸ਼ਾਹ, ਸੁਣਿਐ ਅੰਧੇ ਪਾਵੈ ਰਾਹ, ਸੁਣਿਐ ਹਾਥ ਹੋਵੈ ਅਸਗਾਹ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪਜੀ ਸਾਹਿਬ ਬਾਣੀ ਦੀ ਇਹ 11ਵੀਂ ਪੌੜੀ ਹੈ, ਜਿਸ ਦਾ ਪਾਠ ਅੱਜ ਆਪ ਜੀ ਨੇ ਸਰਵਣ ਕੀਤਾ ਹੈ। ਇਸ ਪੌੜੀ ਦੀ ਵਿਚਾਰ ਸਿੰਘ ਸਾਹਿਬ ਪ੍ਰੋਫੈਸਰ ਮਨਜੀਤ ਸਿੰਘ ਜੀ, ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ, ਆਪ ਜੀ ਨੂੰ ਸਰਵਣ ਕਰਵਾਉਣਗੇ। ਇੱਕ ਦਿਨ ਦਾ ਉਹਨਾਂ ਦਾ ਸਮਾਂ ਹੈ ਸਾਡੇ ਪਾਸ। ਕੱਲ ਆਪ ਜੀ ਨੇ ਸੀਸਗੰਜ ਸਾਹਿਬ ਹਾਜ਼ਰੀ ਭਰੀ ਹੈ। ਪ੍ਰਬੰਧਕ ਸੇਵਾਦਾਰਾਂ ਵੱਲੋਂ ਸਿੰਘ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਅੰਮ੍ਰਿਤ ਸੰਚਾਰ ਹਰ ਐਤਵਾਰ 11 ਵਜੇ ਹੁੰਦਾ ਹੈ। ਗੁਰੂ ਘਰ ਦੀ ਸੇਵਾ ਦੇ ਵਿੱਚ ਗੁਰੂ ਕੇ ਲੰਗਰਾਂ ਵਾਸਤੇ ਰਸਦ, ਕੜਾ ਪ੍ਰਸ਼ਾਦ ਦੀ ਦੇਗ ਵਾਸਤੇ ਦੇਸੀ ਘਿਓ, ਬਾਲਾ ਸਾਹਿਬ ਹਸਪੀਟਲ ਵਾਸਤੇ ਕੋਈ ਵੀ ਸੇਵਾ ਆਪ ਜੀ ਭੇਜ ਸਕਦੇ ਹੋ।
ਇਮਾਰਤ ਦੀ ਸੇਵਾ ਜਥੇਦਾਰ ਬਾਬਾ ਬਚਨ ਸਿੰਘ ਜੀ ਕਰਵਾ ਰਹੇ ਹਨ। ਵਲੰਟੀਅਰ ਸੇਵਾ ਦੇ ਵਿੱਚ ਆਪ ਜੀ ਜ਼ਰੂਰ ਸ਼ਾਮਲ ਹੋਵੋ। ਇੱਕ ਦਿਨ ਵਾਸਤੇ ਘੱਟ ਤੋਂ ਘੱਟ ਹਫ਼ਤੇ ਦੇ ਵਿੱਚ ਸੱਚੇ ਪਾਤਸ਼ਾਹ ਦੇ ਦਰ ਦੀ ਆ ਕੇ ਸੇਵਾ ਕਰੋ। ਜੋ 550 ਬੱਚੇ ਅਡਾਪਟ ਕੀਤੇ ਸਨ 550 ਸਾਲਾਂ ਤੇ, ਇਸ ਸੇਵਾ ਨੂੰ ਆਪਾਂ ਅੱਗੇ ਚਲਾਈਏ। ਇਹ ਉਹ ਬੱਚੇ ਨੇ ਜਾਂ ਤੇ ਇਹਨਾਂ ਦੇ ਮਾਤਾ ਪਿਤਾ ਨਹੀਂ ਹੈਗੇ, ਜਾਂ ਹੈਗੇ ਨੇ ਤਾਂ ਉਹ ਇੰਨੇ ਸਮਰੱਥ ਨਹੀਂ ਕਿ ਬੱਚਿਆਂ ਦੀਆਂ ਫੀਸਾਂ ਹੋਰ ਖਰਚੇ ਦੇ ਸਕਦੇ ਹੋਣ। ਅਗਲੇ ਸਮੇਂ ਵਾਸਤੇ ਆਪ ਜੀ ਸਿੰਘ ਸਾਹਿਬ ਜੀ ਪਾਸੋਂ ਗੁਰਬਾਣੀ ਵਿਚਾਰ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਮੈਂ ਨਾਹੀਂ ਕਛੁ ਨਹੀਂ, ਕਿਛ ਆਹ ਨਾ ਮੋਰਾ। ਅਵਸਰ ਲੱਜਾ ਰਾਖ ਲੇਹੁ, ਸਦਨਾ ਜਨ ਤੋਰਾ। ਜਗਤ ਜੋਤ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਜੁੜ ਬੈਠੇ ਸਮੂਹ ਗੁਰਮੁਖ ਪਿਆਰੇ ਸਤਸੰਗੀ ਜਨੋਂ, ਸਰਬੰਸਦਾਨੀ ਅੰਮ੍ਰਿਤ ਕੇ ਦਾਤੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਬਖਸ਼ਿਸ਼ ਕੀਤੀ ਹੋਈ ਗੁਰਫਤਿਹ ਸਾਂਝੀ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 8ਵੇਂ ਪਾਤਸ਼ਾਹ ਹਜ਼ੂਰ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਪਾਵਨ ਚਰਨ ਛੋਹ ਨਾਲ ਪੁਨੀਤ ਹੋਏ ਇਸ ਅਸਥਾਨ 'ਤੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਸਤਿਗੁਰੂ ਦੀ ਬਖਸ਼ਿਸ਼ ਕੀਤੀ ਅੰਮ੍ਰਿਤ ਬਾਣੀ ਦਾ ਗਾਇਨ ਸ਼ਰਵਣ ਕੀਤਾ। ਉਪਰੰਤ ਗੁਰੂ ਦਰਬਾਰ ਵਿੱਚ ਚੱਲ ਰਹੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲੜੀਵਾਰ ਸ਼ਬਦ ਵਿਚਾਰ ਵਿੱਚ ਗੁਰੂ ਦਰਬਾਰ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਹੋਰਾਂ ਪਾਸੋਂ ਆਦਿ ਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਪਾਵਨ ਰਸਨਾ ਤੋਂ ਉਚਾਰਨ ਹੋਈ ਅੰਮ੍ਰਿਤ ਬਾਣੀ ਜਪ ਜੀ ਦੇ 11ਵੇਂ ਪੌੜੀ ਰੂਪ ਬਚਨ ਨੂੰ ਸ਼ਰਵਣ ਕੀਤਾ। ਬਾਣੀ ਦਾ ਸਿਰਲੇਖ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਪ ਹੈ। ਅਸੀਂ ਸਤਿਕਾਰ ਨਾਲ ਜਪ ਜੀ ਜਾਂ ਜਪਜੀ ਸਾਹਿਬ ਆਖਦੇ ਹਾਂ। ਮੂਲ ਰੂਪ ਵਿੱਚ ਗੁਰੂ ਦੇਵ ਨੇ ਇਸ ਬਾਣੀ ਨੂੰ ਜਪ ਸਿਰਲੇਖ ਅਧੀਨ ਸੰਗ੍ਰਹਿਤ ਕੀਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਪ ਦਾ ਅਖਰੀ ਅਰਥ ਜਪਣਾ, ਬਾਰ-ਬਾਰ ਯਾਦ ਕਰਨਾ ਤੇ ਯਾਦ ਕਰਦਿਆਂ ਕਰਦਿਆਂ ਜਿਸ ਨੂੰ ਯਾਦ ਕੀਤਾ ਜਾਂਦਾ ਹੈ ਉਸ ਦੇ ਨਾਲ ਅੰਤਰੀਵ ਰਿਸ਼ਤਾ ਬਣਾ ਲੈਣਾ, ਸੁਰਤੀ ਦੀ, ਬਿਰਤੀ ਦੀ, ਮਤ ਦੀ, ਮਨ ਦੀ ਸਾਂਝ ਬਣਾ ਲੈਣਾ।
ਗੁਰੂ ਪਿਆਰਿਓ, ਸੱਚ ਇਹੋ ਹੀ ਹੈ, ਅਸੀਂ ਸਾਰੇ ਆਪਣੇ ਜੀਵਨ ਦੇ ਵਿੱਚ ਰਿਸ਼ਤੇ ਬਣਾਉਂਦੇ ਹਾਂ ਅਤੇ ਇਹਨਾਂ ਰਿਸ਼ਤਿਆਂ ਵਿੱਚੋਂ ਸਾਨੂੰ ਇੱਛਾ ਹੁੰਦੀ ਹੈ ਕਿ ਇਹ ਰਿਸ਼ਤੇ ਨਿਭ ਵੀ ਜਾਣ ਅਤੇ ਇਹਨਾਂ ਰਿਸ਼ਤਿਆਂ ਦੇ ਵਿੱਚੋਂ ਸਾਨੂੰ ਸੁੱਖ ਆਨੰਦ ਵੀ ਮਿਲੇ, ਸੰਤੁਸ਼ਟੀ ਮਿਲੇ। ਜੀਵਨ ਦੀਆਂ ਦੁਸ਼ਵਾਰੀਆਂ ਇਹਨਾਂ ਰਿਸ਼ਤਿਆਂ ਦੇ ਆਪਸੀ ਤਾਲਮੇਲ ਨਾਲ, ਆਪਸੀ ਸਹਿਯੋਗ ਨਾਲ ਦੂਰ ਹੋ ਜਾਣ, ਜੀਵਨ ਦੇ ਵਿੱਚੋਂ ਸੁੱਖ ਮਿਲੇ, ਆਨੰਦ ਮਿਲੇ। ਇਹੋ ਹੀ ਮਕਸਦ ਸਤਿਗੁਰੂ ਨਾਲ ਰਿਸ਼ਤਾ ਬਣਾਉਣ ਦਾ ਹੈ। ਸਾਡਾ ਇਹੋ ਹੀ ਮਕਸਦ ਗੁਰੂ ਦੇ ਪਿਆਰਿਆਂ ਨਾਲ ਰਿਸ਼ਤਾ ਬਣਾਉਣ ਦਾ ਹੈ। ਇਹੋ ਹੀ ਮਕਸਦ ਜੀਵਨ ਦੇ ਦਾਤੇ, ਜੀਵਨ ਦੇ ਰਚਨਹਾਰ ਕਰਤਾ ਪੁਰਖ ਵਾਹਿਗੁਰੂ ਜੀ ਨਾਲ ਰਿਸ਼ਤਾ ਬਣਾਉਣ ਦਾ ਹੈ। ਮੈਂ ਕੱਲ੍ਹ ਵੀ ਗੁਰਮਤਿ ਕਾਲਜ ਦਿੱਲੀ ਵਿੱਚ ਵਿਦਿਆਰਥੀ ਸਤਸੰਗੀ ਜਨ, ਉਹਨਾਂ ਨਾਲ ਇਹ ਬਚਨ ਸਾਂਝਾ ਕਰ ਰਿਹਾ ਸੀ ਕਿ ਅਸੀਂ ਸਾਰੇ ਮਨੁੱਖ ਸੁੱਖ ਆਨੰਦ ਦੇ ਵਿੱਚ ਜਿਉਣਾ ਲੋਚਦੇ ਹਾਂ ਅਤੇ ਸਾਡੀ ਦੌੜ ਭੱਜ, ਸਾਡੀ ਇਹ ਰਿਸ਼ਤਿਆਂ ਦੀ ਸਾਂਝ ਉਸ ਆਨੰਦ ਪੂਰਤੀ ਵਾਸਤੇ ਹੀ ਹੁੰਦੀ ਹੈ। ਵਾਹਿਗੁਰੂ ਜੀ ਕੋਲੋਂ ਵੀ ਅਸੀਂ ਆਨੰਦ ਦੀ ਹੀ ਮੰਗ ਕਰਦੇ ਹਾਂ, ਸੁੱਖ ਦੀ ਹੀ ਮੰਗ ਕਰਦੇ ਹਾਂ। ਸਤਿਗੁਰੂ ਦੇ ਦਰਬਾਰ 'ਤੇ ਆ ਕੇ ਵੀ ਦੁੱਖਾਂ ਦੀ, ਚਿੰਤਾਵਾਂ ਦੀ ਨਿਵਰਤੀ ਲੋੜਦੇ ਹਾਂ। ਉਹਨਾਂ ਦੁੱਖਾਂ ਚਿੰਤਾਵਾਂ ਦਾ ਕਾਰਨ ਕੋਈ ਵੀ ਹੋ ਸਕਦਾ ਹੈ। ਵੱਖਰੇ ਵੱਖਰੇ ਰੂਪ ਦੇ ਵਿੱਚ ਸਾਡੀਆਂ ਇੱਛਾਵਾਂ, ਸਾਡੀਆਂ ਲੋੜਾਂ, ਸਾਡੀਆਂ ਭੁੱਖਾਂ ਜਿਹੜੀਆਂ ਪੂਰੀਆਂ ਨਹੀਂ ਹੋ ਰਹੀਆਂ ਸਾਡੀ ਸਮਝ ਸਮਰੱਥਾ ਨਾਲ, ਅਤੇ ਉਹ ਨਾ ਪੂਰੀਆਂ ਹੋਣ ਕਰਕੇ ਅਸੀਂ ਬੇਚੈਨ ਹਾਂ, ਅੰਦਰ ਖੁਦਿਆ ਹੈ, ਟਿਕਾਓ ਨਹੀਂ ਹੈ। ਉਸ ਟਿਕਾਓ ਦੇ ਵਾਸਤੇ, ਉਸ ਆਨੰਦ ਪ੍ਰਾਪਤੀ ਵਾਸਤੇ, ਉਸ ਬੇਚੈਨੀ ਤੋਂ ਨਿਜਾਤ ਹਾਸਲ ਕਰਨ ਲਈ ਅਸੀਂ ਫਿਰ ਗੁਰੂ ਕੋਲ ਚੱਲ ਕੇ ਆਉਂਦੇ ਹਾਂ। ਇੱਥੇ ਆ ਕੇ ਭੇਟਾਵਾਂ ਚੜ੍ਹਾਉਂਦੇ ਹਾਂ, ਹੱਥ ਜੋੜਦੇ ਹਾਂ, ਝੋਲੀ ਅੱਡਦੇ ਹਾਂ, ਆਪਣੀਆਂ ਮੰਗਾਂ ਸਤਿਗੁਰੂ ਕੋਲ ਰੱਖਦੇ ਹਾਂ ਅਤੇ ਮੰਗਾਂ ਪੂਰਨ ਕਰਾਉਣ ਵਾਸਤੇ ਜੋ ਕੁਝ ਸਾਨੂੰ ਸਮਝ ਵਿੱਚ ਆਉਂਦਾ ਅਸੀਂ ਕਰਦੇ ਹਾਂ। ਮਕਸਦ ਇੱਕੋ ਹੀ ਹੈ ਕਿ ਇਹ ਮੰਗਾਂ ਸਾਨੂੰ ਬੇਚੈਨ ਕਰਦੀਆਂ ਨੇ, ਇੱਛਾਵਾਂ, ਲੋੜਾਂ ਸਾਨੂੰ ਬੇਚੈਨ ਕਰਦੀਆਂ ਨੇ। ਜੇ ਤੇ ਪੂਰੀਆਂ ਹੋ ਜਾਣ ਤਾਂ ਤੇ ਸੁੱਖ ਮਿਲਦਾ ਲੱਗਦਾ, ਨਾ ਪੂਰੀਆਂ ਹੋਣ ਤੇ ਫਿਰ ਬੇਚੈਨੀ ਹੈ, ਭਟਕਣਾ ਹੈ। ਸਾਹਿਬ ਜੀ ਕਹਿੰਦੇ, ਜਦੋਂ ਜਪਦੀ ਮੈਂ ਤੁਹਾਡੇ ਨਾਲ ਗੱਲ ਕਰਦਾ, ਵਾਹਿਗੁਰੂ ਜੀ ਨੂੰ ਜਪਣ ਦੀ ਤੁਹਾਡੇ ਨਾਲ ਇਹ ਚਰਚਾ ਕਰਦਾ, ਤੇ ਉਹਦਾ ਮਕਸਦ ਇਹੋ ਹੀ ਹੈ ਕਿ ਕਰਤਾ ਪੁਰਖ ਵਾਹਿਗੁਰੂ ਜੀ, ਜਿਸ ਦੀ ਹਸਤੀ ਦਾ, ਜਿਸ ਦੀ ਸਰਬ ਜੋਤ, ਪਰਮ ਜੋਤ, ਸਰਬ ਵਿਆਪਕ ਜੋਤ, ਸਰਬ ਸਮਰੱਥ ਜੋਤ, ਜਿਹੜੀ ਅਨੰਤ ਅਨੰਤ ਗੁਣਾਂ ਦੀ ਮਾਲਕ ਹੈ, ਉਸ ਪਰਮ ਜੋਤ ਨਾਲ ਆਪਣਾ ਤਾਲਮੇਲ, ਆਪਣੀ ਸਾਂਝ, ਆਪਣਾ ਰਿਸ਼ਤਾ ਬਣਾਉਣਾ ਹੈ। ਅਤੇ ਰਿਸ਼ਤਾ ਓਨਾ ਚਿਰ ਤੱਕ ਨਹੀਂ ਬਣਦਾ ਹੁੰਦਾ, ਜੇ ਬਣ ਵੀ ਜਾਵੇ ਤਾਂ ਨਿਭਦਾ ਨਹੀਂ ਹੁੰਦਾ, ਉਹਦੇ ਵਿੱਚੋਂ ਮਨ ਚਿੰਦੇ ਨਤੀਜੇ ਨਹੀਂ ਨਿਕਲਦੇ, ਜੇ ਉਹ ਦੋਨੋਂ ਹੀ ਪਾਸਿਓਂ ਅੰਦਰੂਨੀ ਖਿੱਚ ਨਾ ਹੋਵੇ, ਅੰਦਰੂਨੀ ਪਿਆਰ ਨਾ ਹੋਵੇ। ਵਾਹਿਗੁਰੂ ਜੀ ਦੇ ਸੰਬੰਧ ਵਿੱਚ ਵੀ ਇਹੋ ਹੀ ਗੱਲਾਂ ਨੇ। ਅਨੰਤ ਕਾਲ ਤੋਂ ਦੁਨੀਆ ਦੇ ਮਹਾਂਪੁਰਸ਼ਾਂ ਨੇ, ਵਿਦਵਾਨਾਂ, ਵਿਚਾਰਾਂ ਨੇ, ਗੁਰੂਆਂ, ਪੀਰਾਂ, ਪੈਗੰਬਰਾਂ ਨੇ ਰੱਬ ਦੀਆਂ ਗੱਲਾਂ ਕੀਤੀਆਂ ਨੇ। ਵੇਦਾਂ, ਧਰਮ ਸ਼ਾਸਤਰਾਂ ਤੋਂ ਲੈ ਕੇ ਕੁਰਾਨ, ਬਾਈਬਲ, ਤੌਰੇਤ, ਜ਼ਬੂਰ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਹੋਰ ਅਣਗਿਣਤ ਧਰਮ ਗ੍ਰੰਥ ਐਸੇ ਹਨ ਜਿਨ੍ਹਾਂ ਦੇ ਵਿੱਚ ਕਰਤਾ ਪੁਰਖ ਵਾਹਿਗੁਰੂ ਜੀ ਦੇ ਅਨੰਤ ਗੁਣਾਂ ਦਾ ਚਰਚਾ ਹੈ, ਵਿਸਥਾਰ ਹੈ, ਵਰਣਨ ਹੈ। ਪਰ ਉਹ ਮਹਾਂਪੁਰਸ਼ ਜਦੋਂ ਸਾਨੂੰ ਵਾਹਿਗੁਰੂ ਜੀ ਦੇ ਗੁਣਾਂ ਦਾ
ਵਰਣਨ ਕਰਕੇ ਦੱਸਦੇ ਨੇ ਤਾਂ ਫਿਰ ਸਾਨੂੰ ਕਹਿੰਦੇ ਹੈ ਕਿ ਇਹ ਜਿਹੜੇ ਤੁਹਾਨੂੰ ਧਰਮ ਗ੍ਰੰਥਾਂ ਦੇ ਵਿੱਚ ਬਚਨ ਮਿਲੇ ਨੇ ਉਪਦੇਸ਼ ਰੂਪ ਦੇ ਵਿੱਚ, ਇਹਨਾਂ ਨੂੰ ਪੜ੍ਹਿਆ ਕਰੋ, ਇਹਨਾਂ ਨੂੰ ਸੁਣਿਆ ਕਰੋ, ਇਹਨਾਂ ਨੂੰ ਗਾਇਆ ਕਰੋ, ਵਿਚਾਰਿਆ ਕਰੋ। ਤੁਹਾਡਾ ਭਲਾ ਹੋਵੇਗਾ, ਤੁਹਾਨੂੰ ਲਾਭ ਹੋਵੇਗਾ। ਜਿਸ ਸੁੱਖ ਦੀ ਆਨੰਦ ਦੀ ਤਲਾਸ਼ ਵਿੱਚੋਂ ਉਹ ਮਿਲ ਜਾਏਗਾ, ਤੁਹਾਨੂੰ ਨਿਸ਼ਚਾ ਕਰਕੇ ਜਾਣਿਓ ਮਿਲ ਜਾਏਗਾ। ਪਰ ਮੇਰਾ ਪ੍ਰਸ਼ਨ ਹੈ ਸਤਿਗੁਰੂ ਜੀ ਦੇ ਅੱਗੇ ਕਿ ਸੱਚੇ ਪਾਤਸ਼ਾਹ ਤੁਹਾਡੀ ਗੱਲ ਨੂੰ ਮੈਂ ਸੁਣਿਆ ਅਤੇ ਸੁਣ ਕੇ ਮੈਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਜਿਹੜੀ ਬਾਣੀ ਤੁਸੀਂ ਮੈਨੂੰ ਬਖਸ਼ਿਸ਼ ਕੀਤੀ ਮੈਂ ਪੜ੍ਹਦਾ, ਸੁਣਦਾ, ਇੱਥੇ ਗਾਈ ਜਾਂਦੀ ਹੈ ਤਾਂ ਵੀ ਸੁਣਦਾ, ਵਿਚਾਰੀ ਜਾਂਦੀ ਹੈ ਤਾਂ ਵੀ ਸੁਣਦਾ, ਪਰ ਮੇਰੀ ਤੇ ਵਾਹਿਗੁਰੂ ਜੀ ਦੇ ਨਾਲ ਸਾਂਝ ਨਹੀਂ ਪਈ, ਮੈਨੂੰ ਤੇ ਵਾਹਿਗੁਰੂ ਜੀ ਨਾਲ ਮਿਲਾਪ ਨਹੀਂ ਹੋਇਆ। ਮੈਨੂੰ ਤੇ ਇਹ ਗੁਣਗਾਨ ਕਰਦੇ ਹਾਂ, ਸੁਣਦੇ ਹਾਂ, ਪੜ੍ਹਦੇ ਹਾਂ, ਗਾਉਂਦੇ ਹਾਂ, ਵਿਚਾਰਦੇ ਹਾਂ, ਮੈਨੂੰ ਤੇ ਆਨੰਦ ਕੋਈ ਨਹੀਂ ਮਿਲਿਆ। ਤੁਸੀਂ ਕਹਿੰਦੇ ਸੀ ਆਨੰਦ ਮਿਲਦਾ ਹੈ, ਮੈਨੂੰ ਨਹੀਂ ਮਿਲਿਆ। ਦੁੱਖ ਪਰ ਹਰ ਸੁੱਖ ਘਰ ਲੈ ਜਾਏ ਦੀ ਗੱਲ ਤੁਸੀਂ ਕੀਤੀ ਸੀ, ਇਹ ਨਤੀਜਾ ਮੇਰੇ ਜੀਵਨ ਵਿੱਚ ਤੇ ਨਹੀਂ ਆਇਆ। ਕਿਉਂ ਨਹੀਂ ਆਇਆ? ਮੈਂ ਮਹਾਰਾਜ ਨੂੰ ਜਦੋਂ ਪੁੱਛਦਾ ਤੇ ਮਹਾਰਾਜ ਬਚਨ ਕਰਦੇ ਹੈ, ਭਲਿਆ ਤੂੰ ਮੇਰੀ ਗੱਲ ਸੁਣੀ ਪਰ ਅੱਧ ਵਿਚੱਦੀ ਸੁਣੀ, ਜਾਂ ਧਿਆਨ ਨਾਲ ਨਹੀਂ ਸੁਣੀ। ਮੈਂ ਤੈਨੂੰ ਆਖਿਆ ਸੀ ਕਿ ਤੂੰ ਇਹ ਵਾਹਿਗੁਰੂ ਜੀ ਦੀ ਸਿਫਤ ਸਲਾਹ ਨੂੰ ਪੜ੍ਹਿਆ ਸੁਣਿਆ ਕਰ, ਪਰ ਨਾਲ ਮੈਂ ਤੈਨੂੰ ਇੱਕ ਹੋਰ ਵੀ ਗੱਲ ਆਖੀ ਸੀ, ਜੁਗਤ ਸਮਝਾਈ ਸੀ ਕਿ ਗਾਵੀ ਹੈ, ਸੁਣੀ ਹੈ, ਅੱਗੇ ਕੀ ਹੈ ਜੀ, ਮਨ ਰੱਖੀਐ ਭਾਓ। ਆਪਣੇ ਅੰਦਰ ਪਿਆਰ ਪਾ ਕੇ, ਪਿਆਰ ਦੀ ਅਵਸਥਾ ਬਣਾ ਕੇ ਫੇਰ ਗਾਉਣਾ ਹੈ ਤੂੰ, ਫੇਰ ਪੜ੍ਹਨਾ ਹੈ, ਫੇਰ ਸੁਣਨਾ ਹੈ। ਜੇ ਤੂੰ ਪਿਆਰ ਦੇ ਨਾਲ ਪੜ੍ਹਿਆ ਸੁਣਿਆ ਗਾਵਿਆ ਵਿਚਾਰਿਆ ਨਾ, ਗੱਲ ਨਹੀਂ ਬਣਨੀ। ਫਿਰ ਇਹ ਦੁੱਖ ਪਰ ਹਰ ਸੁੱਖ ਘਰ ਲੈ ਜਾਏ ਦਾ ਨਤੀਜਾ ਨਹੀਂ ਬਣਨਾ। ਕਬੀਰ ਜੀ ਨੇ ਇਸੇ ਪਾਸੇ ਵੱਲ ਸਾਡਾ ਧਿਆਨ ਦਵਾਇਆ। ਕਹਿੰਦੇ ਪੜ੍ਹਨਾ ਮੁਬਾਰਕ ਹੈ, ਸੁਣਨਾ ਮੁਬਾਰਕ ਹੈ, ਵਿਚਾਰਨਾ ਗਾਉਣਾ ਮੁਬਾਰਕ ਹੈ, ਇਹ ਤੋਂ ਬਗੈਰ ਸਰਨਾ ਨਹੀਂ। ਪਰ ਉਹਦੇ ਵਿੱਚ ਵੀ ਇੱਕ ਰਮਜ਼ ਵਾਲੀ ਗੱਲ ਜਿਹੜੀ ਹੈ, ਜੇ ਉਹ ਤੁਸੀਂ ਧਿਆਨ ਵਿੱਚ ਨਾ ਲਿਆਂਦੀ, ਇਹ ਸਾਰਾ ਕੁਝ ਕਰਮਕਾਂਡ ਬਣ ਕੇ ਰਹਿ ਜਾਣਾ। ਆਨੰਦਮਈ ਨਤੀਜੇ ਤੁਹਾਨੂੰ ਪ੍ਰਾਪਤ ਨਹੀਂ ਹੋਣੇ। ਬਹੁਤ ਵਾਰੀ ਹੁਕਮਨਾਮੇ ਦੇ ਰੂਪ ਵਿੱਚ ਇਹ ਸ਼ਬਦ ਅਸੀਂ ਸ਼ਰਵਣ ਕਰਦੇ ਹਾਂ, ਕਿਆ ਪੜ੍ਹੀਐ, ਕਿਆ ਗੁਣੀਐ, ਕਿਆ ਵੇਦ ਪੁਰਾਣਾ ਸੁਣੀਐ। ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲੇ ਉਸ ਹੋਈ। ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੈ ਬਾਰੰਬਾਰਾ। ਤੂੰ ਪੜ੍ਹਨ ਵਾਸਤੇ ਪੜ੍ਹਿਆ, ਸੁਣਨ ਵਾਸਤੇ ਸੁਣਿਆ, ਲੇਕਿਨ ਇਹ ਸਭ ਕੁਝ ਤੇਰਾ ਸਰੀਰਾਂ ਦੇ ਪੱਧਰ 'ਤੇ ਹੋਇਆ। ਇੱਥੇ ਬੈਠ ਕੇ ਮੈਨੂੰ ਸੇਵਾ ਲਾ ਦਿੱਤੀ ਗਈ ਕਿ ਇਸ ਬਾਣੀ ਦੀ ਵਿਚਾਰ ਸ਼ਰਵਣ ਕਰਾਉਣੀ ਹੈ। ਤੁਸੀਂ ਸੁਣਨ ਵਾਸਤੇ ਬੈਠ ਗਏ, ਇੱਥੇ ਮੁਬਾਰਕ ਹੈ। ਇਹ ਸਤਸੰਗੀ ਪਲ ਸਾਨੂੰ ਨਸੀਬ ਹੋ ਗਏ। ਪਰ ਦਾਤਾਰ ਪਾਤਸ਼ਾਹ ਕਹਿੰਦੇ, ਜਦੋਂ ਤੁਸੀਂ ਇਹਨਾਂ ਸਤਸੰਗੀ ਪਲਾਂ ਦੇ ਵਿੱਚ ਸਰੀਰ ਕਰਕੇ ਆ ਕੇ ਬੈਠੇ, ਤੁਹਾਡਾ ਧਿਆਨ ਕਿੱਥੇ ਹੈ? ਤੁਹਾਡੀ ਸੁਰਤੀ ਬਿਰਤੀ ਕਿੱਥੇ ਹੈ? ਮਨ ਕਿੱਥੇ ਹੈ ਤੁਹਾਡਾ? ਔਰ ਮਨੋਵਿਗਿਆਨੀ ਇਹ ਕਹਿੰਦੇ ਹੈ, ਸਤਿਗੁਰੂ ਜੀ ਨੇ ਵੀ ਬਾਣੀ ਵਿੱਚ ਇਸੇ ਗੱਲ ਦਾ ਹੀ ਜ਼ਿਕਰ ਕੀਤਾ ਹੈ, ਮਨ ਉੱਥੇ ਹੁੰਦਾ ਹੈ ਜਿੱਥੇ ਮਨ ਦਾ ਲਗਾਓ ਹੁੰਦਾ ਹੈ। ਜਿਹੜੀ ਗੱਲ ਸਾਡੇ ਮਨਾਂ ਨੂੰ, ਸਾਡੀ ਸੁਰਤੀ ਬਿਰਤੀ ਨੂੰ ਖਿੱਚ ਪਾਉਂਦੀ ਹੈ ਨਾ, ਧਿਆਨ ਉੱਥੇ ਹੀ ਹੁੰਦਾ ਹੈ। ਕਿੰਨੀ ਵਾਰੀ ਕਾਜ਼ੀ ਦੀਆਂ ਸਾਖੀਆਂ ਆਪਾਂ ਸੁਣ ਚੁੱਕੇ ਹਾਂ, ਸੁਣਾ ਚੁੱਕੇ ਹਾਂ, ਲੇਕਿਨ ਉਸ ਸਾਖੀ ਨੂੰ ਮੈਂ ਕਦੀ ਆਪਣੇ ਆਪ 'ਤੇ ਝੁਕਾ ਕੇ ਨਹੀਂ ਦੇਖਦਾ। ਸਾਖੀ ਸੁਣਾ ਕੇ ਅਸੀਂ ਮੁਸਕਰਾ ਦਿੰਦੇ ਹਾਂ
ਕਿ ਕਾਜ਼ੀ ਦੀ ਗੱਲ ਮਹਾਰਾਜ ਨੇ ਅੰਦਰ ਦੀ ਅਵਸਥਾ ਬੁੱਝ ਲਈ ਤੇ ਕਾਜ਼ੀ ਨੂੰ ਸ਼ਰਮਿੰਦਾ ਹੋਣਾ ਪੈ ਗਿਆ। ਪਰ ਮੈਂ ਕਿਉਂ ਨਹੀਂ ਸ਼ਰਮਿੰਦਾ ਹੁੰਦਾ ਰੋਜ਼? ਮੈਨੂੰ ਆਪਣੇ ਅੰਦਰ ਦੀ ਇਸ ਅਧੂਰੇਪਣ ਦੀ ਸ਼ਰਮਿੰਦਗੀ ਕਿਉਂ ਨਹੀਂ ਵਿਚਲਿਤ ਕਰਦੀ, ਕਿਉਂ ਨਹੀਂ ਝੰਜੋੜਦੀ, ਕਿਉਂ ਨਹੀਂ ਮੇਰਾ ਆਪਣਾ ਆਪ ਹਲੂੜਿਆ ਜਾਂਦਾ? ਮੇਰੇ ਜੀਵਨ ਦੀ ਖੜੋਤ ਉਸੇ ਤਰੀਕੇ ਨਾਲ ਹੀ ਹੈ। ਰੋਜ਼ ਆਨੰਦ ਭਇਆ ਮੇਰੀ ਮਾਏ ਦਾ ਬਚਨ ਪੜ੍ਹਦਿਆਂ ਮੈਂ ਕਿਉਂ ਨਹੀਂ ਆਪਣੇ ਅੰਦਰ ਇਸ ਸੱਚ ਨੂੰ ਪ੍ਰਵਾਨ ਕਰ ਰਿਹਾ ਕਿ ਮੈਨੂੰ ਤੇ ਆਨੰਦ ਭਇਆ ਨਹੀਂ ਹੈ। ਮੈਂ ਤੇ ਅਜੇ ਰੋਣੇ ਧੋਣੇ ਦੇ ਵਿੱਚ, ਦੁੱਖਾਂ ਚਿੰਤਾਵਾਂ ਵਿੱਚ ਗਰਸਿਆ ਹੋਇਆ। ਕਿਤੇ ਨਾ ਕਿਤੇ ਸਤਿਗੁਰੂ ਮੈਂ ਪਾਇਆ ਦਾ ਇਹ ਬਚਨ ਮੇਰੇ ਅੰਦਰ ਸੱਚਾ ਨਹੀਂ ਹੋਇਆ। ਮੈਂ ਇਸ ਬਚਨ ਦਾ ਹਾਣੀ ਨਹੀਂ ਬਣ ਸਕਿਆ, ਇਸ ਬਚਨ ਨੂੰ ਕਮਾ ਨਹੀਂ ਸਕਿਆ, ਇਸ ਬਚਨ ਨੂੰ ਅਮਲੀ ਰੂਪ ਨਹੀਂ ਦੇ ਸਕਿਆ। ਸਤਿਗੁਰੂ ਮੈਂ ਪਾਇਆ, ਅਜੇ ਨਹੀਂ ਪ੍ਰਾਪਤ ਹੋਇਆ ਮੈਨੂੰ ਸਤਿਗੁਰੂ। ਸਰੀਰਾਂ ਕਰਕੇ ਮੈਂ ਚੱਲ ਕੇ ਆ ਗਿਆ, ਪਰ ਮਹਾਰਾਜ ਕਹਿੰਦੇ ਸਰੀਰਾਂ ਕਰਕੇ ਤੇ ਬਹੁਤ ਆਉਂਦੇ ਆ। ਸਾਰਿਆਂ ਦੀ ਗੱਲ ਥੋੜ੍ਹਾ ਬਣਦੀ ਪਈ ਹੈ। ਗੁਰੂ ਪਰਿਵਾਰਾਂ ਦੇ ਵਿੱਚ ਵੀ ਨਹੀਂ ਬਣੀ। ਗੁਰੂ ਦੇ ਪੁੱਤਰ ਧੀਆਂ, ਉਹਨਾਂ ਦੀ ਗੱਲ ਨਹੀਂ ਬਣੀ ਨਹੀਂ। ਕਿੱਥੇ ਫਰਕ ਪੈ ਗਿਆ? ਕੱਲ੍ਹ ਹੀ ਅਸੀਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਵਾਹਿਗੁਰੂ ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਉਤਸਵ ਮਨਾਇਆ। 4 ਧੀਆਂ ਪੁੱਤਰ ਨੇ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ। ਬਾਬਾ ਮੋਹਨ ਜੀ, ਬਾਬਾ ਮੂਰੀ ਜੀ, ਬੀਬੀ ਦਾਨੀ ਜੀ, ਬੀਬੀ ਭਾਨੀ ਜੀ। ਬੀਬੀ ਦਾਨੀ ਜੀ ਦਾ ਆਨੰਦ ਕਾਰਜ ਹੋਇਆ ਭਾਈ ਰਾਮਾ ਜੀ ਨਾਲ, ਤੇ ਬੀਬੀ ਭਾਨੀ ਜੀ ਦਾ ਆਨੰਦ ਕਾਰਜ ਹੋਇਆ ਭਾਈ ਜੇਠਾ ਜੀ ਦੇ ਨਾਲ। ਹੁਣ ਸੰਸਾਰੀ ਰਿਸ਼ਤੇ ਨੇ ਭਾਈ ਰਾਮਾ ਜੀ ਦੇ ਧੰਨ ਗੁਰੂ ਅਮਰਦਾਸ ਸਾਹਿਬ ਨਾਲ ਸਹੁਰੇ ਜਵਾਈ ਦੇ, ਤੇ ਸੰਸਾਰੀ ਰਿਸ਼ਤਾ ਸਹੁਰੇ ਜਵਾਈ ਵਾਲਾ ਬੀਬੀ ਭਾਨੀ ਜੀ ਤੇ ਭਾਈ ਜੇਠਾ ਜੀ ਦਾ ਵੀ ਹੈ। ਲੇਕਿਨ ਇਸ ਸੰਸਾਰੀ ਰਿਸ਼ਤੇ ਨੂੰ ਸਤਸੰਗੀ ਰਿਸ਼ਤਾ ਭਾਈ ਰਾਮਾ ਜੀ ਨੂੰ ਨਹੀਂ ਬਣਾਉਣਾ ਆਇਆ, ਭਾਈ ਜੇਠਾ ਜੀ ਨੂੰ ਬਣਾਉਣਾ ਆਇਆ। ਇੱਥੇ ਫਰਕ ਹੈ ਗੁਰੂ ਪਿਆਰਿਓ। ਸਰੀਰਾਂ ਕਰਕੇ ਰਿਸ਼ਤੇ ਬਣ ਗਏ ਨੇ, ਸਰੀਰਾਂ ਕਰਕੇ ਸਾਂਝਾਂ ਬਣ ਗਈਆਂ ਨੇ, ਲੇਕਿਨ ਇਹਨਾਂ ਸਰੀਰਕ ਸਾਂਝਾਂ ਨੂੰ ਸੁਰਤੀਆਂ ਦੇ ਪੱਧਰ 'ਤੇ ਰਿਸ਼ਤਾ ਬਣਾ ਕੇ ਜਿਹੜੇ ਆਨੰਦਮਈ ਨਤੀਜੇ ਅਸੀਂ ਲੋਚਦੇ ਹਾਂ ਉਹ ਨਹੀਂ ਨਿਕਲ ਰਹੇ। ਤੇ ਫਰਕ ਰਹਿ ਗਿਆ। ਜਵਾਈ ਦੋਨੋਂ ਨੇ, ਭਾਈ ਰਾਮਾ ਜੀ ਤੇ ਭਾਈ ਜੇਠਾ ਜੀ ਦੋਨੋਂ ਜਵਾਈ ਨੇ, ਪਰ ਦੋਨਾਂ ਦੇ ਜੀਵਨ ਦੇ ਨਤੀਜਿਆਂ ਦਾ, ਇਹਨਾਂ ਰਿਸ਼ਤਿਆਂ ਦਾ, ਇਹਨਾਂ ਸਾਂਝਾਂ ਦਾ, ਅਨੰਤਾਂ ਦਾ ਫਰਕ ਹੈ। ਕਿੰਨੀ ਵਾਰੀ ਸਾਖੀ ਸੁਣੀ ਥੜੇ ਬਣਾਉਣ ਦੀ, ਬਹੁਤ ਵਾਰੀ ਸੁਣਾਈ ਗਈ ਹੈ। ਸਾਖੀ ਇਹ ਨਹੀਂ ਕੀ ਹੈ ਕਿ ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਆਪਣੇ ਦੋਨਾਂ ਜਵਾਈਆਂ ਨੂੰ, ਭਾਈ ਰਾਮਾ ਜੀ, ਭਾਈ ਜੇਠਾ ਜੀ ਨੂੰ, ਕਿ ਮੈਂ ਥੜਾ ਚਾਹੁੰਦਾ ਬਹੁਤ ਸੋਹਣਾ ਜਿਹਾ ਕੋਈ ਥੜਾ ਤੁਸੀਂ ਬਣਾਉਣਾ ਹੈ। ਮੈਂ ਕਿਸੇ ਰਾਜ ਮਿਸਤਰੀ ਤਰਖਾਣ ਕੋਲੋਂ ਨਹੀਂ ਬਣਾਉਣਾ, ਮੈਂ ਤੁਹਾਡੇ ਕੋਲੋਂ ਬਣਵਾਉਣਾ ਚਾਹੁੰਦਾ। ਤੇ ਭਾਈ ਰਾਮਾ ਜੀ ਨੂੰ ਵੀ ਆਖਿਆ ਵੀ ਤੁਸੀਂ ਵੀ ਥੜਾ ਬਣਾਓ, ਤੇ ਭਾਈ ਜੇਠਾ ਜੀ ਨੂੰ ਵੀ ਆਖਿਆ ਤੁਸੀਂ ਵੀ ਥੜਾ ਬਣਾਓ। ਇੱਦਾਂ ਦਾ ਬਣਾਉਣਾ ਹੈ। ਹੁਣ ਦੋਨਾਂ ਨੇ ਗੱਲ ਸੁਣੀ ਹੈ। ਅੱਜ ਸੁਣਨ ਦੀ ਮਹਿਮਾ ਦੀ ਗੱਲ ਕਰ ਰਹੇ ਹਾਂ ਆਪਾਂ। ਕਿੱਥੇ ਫਰਕ ਪੈਂਦਾ? ਸੁਣਨ ਦੇ ਵਿੱਚ ਫਰਕ ਕਿੱਥੇ ਪੈਂਦਾ? ਸੁਣਦੇ ਭਾਈ ਰਾਮਾ ਜੀ ਵੀ ਪਏ ਨੇ ਤੇ ਸੁਣਦੇ ਭਾਈ ਜੇਠਾ ਜੀ ਵੀ ਪਏ ਨੇ। ਭਾਈ ਰਾਮਾ ਜੀ ਨੇ ਵੀ ਗੁਰੂ ਅਮਰਦਾਸ ਸਾਹਿਬ ਦੀ ਗੱਲ ਸੁਣੀ ਤੇ ਥੜਾ ਬਣਾਉਣ ਵਾਲੇ ਪਾਸੇ ਤੁਰ ਪਏ, ਬਣ ਗਿਆ ਥੜਾ। ਭਾਈ ਜੇਠਾ ਜੀ ਨੇ ਵੀ ਸੁਣਿਆ ਹੁਕਮ, ਉਹਨਾਂ ਨੇ ਵੀ ਥੜਾ ਬਣਾਇਆ। ਤੇ ਭਾਈ ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਮੈਨੂੰ ਪਸੰਦ ਨਹੀਂ ਆਇਆ। 3 ਵਾਰੀ ਘਟਨਾ ਵਾਪਰ ਗਈ। ਆਖਰ ਨੂੰ ਕੀ ਹੈ? ਭਾਈ ਰਾਮਾ ਜੀ ਕਹਿੰਦੇ ਇਸ ਤੋਂ ਵਧੀਆ ਤੇ ਮੈਂ ਬਣਾ ਨਹੀਂ ਸਕਦਾ। ਤੁਹਾਨੂੰ ਪਤਾ ਨਹੀਂ ਕਿਉਂ ਪਸੰਦ ਨਹੀਂ ਆ ਰਿਹਾ। ਮੈਂ ਤੇ ਜਿੱਦਾਂ ਤੁਸੀਂ ਆਖਿਆ ਹੂ ਬਹੂ ਉਸੇ ਤਰ੍ਹਾਂ ਬਣਾਉਣ ਦਾ ਯਤਨ ਕੀਤਾ ਔਰ ਬਣਾਇਆ। ਪਤਾ ਨਹੀਂ ਤੁਹਾਨੂੰ ਕਿਉਂ ਪਸੰਦ ਨਹੀਂ ਆ ਰਿਹਾ। ਇਸ ਤੋਂ ਵਧੀਆ ਨਹੀਂ ਬਣ ਸਕਦਾ। ਕਿੱਥੇ ਫਰਕ ਰਹਿ ਗਿਆ? ਤੇ ਭਾਈ ਜੇਠਾ ਜੀ ਦਾ ਜਵਾਬ ਕੀ ਹੈ? ਪਾਤਸ਼ਾਹ ਮੈਂ ਤੇ
ਪਹਿਲਾਂ ਹੀ ਇਹ ਗੱਲ ਪ੍ਰਵਾਨ ਕਰ ਲਈ ਸੀ ਕਿ ਮੇਰੇ ਕੋਲ ਉਹ ਸਮਝ ਹੀ ਹੈ ਨਹੀਂ, ਉਹ ਸਮਰੱਥਾ ਹੀ ਹੈ ਨਹੀਂ ਕਿ ਤੁਹਾਡੇ ਅੰਦਰ ਦੀ, ਤੁਹਾਡੇ ਹੁਕਮ ਦੀ ਰਮਜ਼ ਨੂੰ ਸਮਝ ਕੇ ਉਸ ਤਰੀਕੇ ਨਾਲ ਕਮਾ ਸਕਾਂ। ਇਹ ਤਾਂ ਤੁਸੀਂ ਬਣਵਾਉਣਾ ਸੀਗਾ ਆਪਣੀ ਰਹਿਮਤ ਕਰਕੇ, ਮੇਰੇ ਕੋਲੋਂ ਮੇਰੀ ਉਂਗਲੀ ਪਕੜ ਕੇ ਮੇਰੇ ਹੱਥਾਂ ਰਾਹੀਂ ਤੁਸੀਂ ਆਪਣੀ ਸਮਰੱਥਾ ਇਹਦੇ ਵਿੱਚ ਪਾਉਣੀ ਸੀ, ਆਪਣੀ ਕਲਾ ਵਰਤਾਉਣੀ ਸੀ, ਫੇਰ ਬਣਨਾ ਸੀਗਾ। ਮੇਰੀ ਸਮਝ ਨਾਲ ਤੇ ਹੋ ਹੀ ਨਹੀਂ ਸਕਦਾ ਕੁਛ ਵੀ। ਇਹ ਸੁਣਨ ਵਿੱਚ ਫਰਕ ਹੈ ਗੁਰੂ ਪਿਆਰਿਓ, ਇੱਥੇ ਰਿਸ਼ਤਿਆਂ ਵਿੱਚ ਫਰਕ ਪੈ ਜਾਂਦਾ, ਇੱਥੇ ਸਾਂਝਾਂ ਤਿੜਕਦੀਆਂ ਨੇ, ਰਿਸ਼ਤੇ ਨਹੀਂ ਨਿਭਦੇ। ਤੇ ਭਾਈ ਰਾਮਾ ਜੀ ਪਿੱਛੇ ਰਹਿ ਗਏ ਤੇ ਭਾਈ ਜੀਠਾ ਜੀ ਕਿੱਥੇ ਪਹੁੰਚ ਗਏ? ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ। ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਕਹਿੰਦੇ ਮੈਨੂੰ ਥੜੇ ਨਹੀਂ ਸੀ ਚਾਹੀਦੇ, ਮੈਂ ਤੇ ਤੁਹਾਡੇ ਅੰਦਰਲਾ ਉਹ ਸਿੱਖ ਪ੍ਰਗਟ ਹੁੰਦਾ ਦੇਖਣਾ ਚਾਹੁੰਦਾ ਸੀ, ਸੇਵਕ ਰੂਪ ਤੁਹਾਡਾ ਪ੍ਰਗਟ ਹੋਣਾ ਦੇਖਣਾ ਚਾਹੁੰਦਾ ਸੀ। ਇੱਕ ਸਤਸੰਗੀ ਰਿਸ਼ਤਾ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਦਰਬਾਰ ਨਾਲ ਤੁਹਾਨੂੰ ਬਣਾਉਣਾ ਆਇਆ ਕਿ ਨਹੀਂ ਆਇਆ? ਮੈਂ ਤੇ ਉਹ ਹੁਕਮੀ ਬੰਦਾ, ਹੁਕਮੀ ਸਿੱਖ ਤੁਹਾਡੇ ਅੰਦਰੋਂ ਦੇਖਣਾ ਚਾਹੁੰਦਾ ਸੀ। ਭਾਈ ਜੇਠਿਆ ਜੀ ਦੇ ਅੰਦਰੋਂ ਉਹ ਸਿੱਖ ਸੇਵਕ ਪ੍ਰਗਟ ਹੋ ਗਿਆ। ਇਹਨਾਂ ਦੀ ਘਾਲਣਾ ਥਾਂ ਪਈ ਤੇ ਮੈਂ ਇਹਨਾਂ ਦੀ ਘਾਲਣਾ ਨੂੰ ਨਮਸਕਾਰ ਕਰਦਾ। ਹੁਣ ਇਹ ਸੰਸਾਰਕ ਰਿਸ਼ਤਿਆਂ ਦੇ ਵਿੱਚ ਜਵਾਈ ਹੋਣਗੇ, ਪਰ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਇਹ ਗੁਰੂ ਨਾਨਕ ਦੀ ਜੋਤ ਨਾਲ ਪ੍ਰਕਾਸ਼ੇ ਹੋਏ, ਹੁਣ ਧੰਨ ਸ੍ਰੀ ਗੁਰੂ ਰਾਮਦਾਸ ਹੋ ਗਏ। ਤੇ ਮੈਂ ਨਮਸਕਾਰ ਕਰਦਾ ਕਿ ਇਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਨੂੰ ਨਾ ਕੇਵਲ ਸੁਣਿਆ, ਗੁਰੂ ਦੇ ਉਪਦੇਸ਼ ਨੂੰ ਨਾ ਕੇਵਲ ਸਰੀਰ ਕਰਕੇ, ਸਰੀਰਕ ਕੰਨਾਂ ਕਰਕੇ ਸੁਣਿਆ, ਬਲਕਿ ਸੁਰਤੀ ਦੇ ਕੰਨਾਂ ਨਾਲ ਸੁਣਨ ਦੀ ਇਹਨਾਂ ਨੂੰ ਸੁਭਾਗੀ ਅਵਸਥਾ ਪ੍ਰਾਪਤ ਹੋਈ। ਇੱਥੇ ਫਰਕ ਹੈ ਗੁਰੂ ਪਿਆਰਿਓ। ਇਹ ਜਿਹੜੀਆਂ ਸੁਣਨ ਦੀਆਂ ਪੌੜੀਆਂ ਪਿਛਲੇ ਦਿਨਾਂ ਵਿੱਚ ਗੁਰਮੁਖ ਪਿਆਰਿਆਂ ਨੇ ਆਪ ਜੀ ਨਾਲ ਵਿਚਾਰ ਸਾਂਝੀ ਕੀਤੀ, ਅੱਜ ਉਹਦੀ ਚੌਥੀ ਪੌੜੀ ਹੈ, ਸੁਣੀਆਂ ਦੀ ਮਹਿਮਾ ਦੀ। ਸੁਣਨ ਨਾਲ ਕੀ ਪ੍ਰਾਪਤੀਆਂ ਹੁੰਦੀਆਂ ਨੇ, ਕਿਸ ਤਰ੍ਹਾਂ ਦੀਆਂ ਖੂਬੀਆਂ, ਕਿਸ ਤਰ੍ਹਾਂ ਦੇ ਗੁਣ ਜਿਹੜੇ ਨੇ ਉਹ ਅੰਦਰ ਪ੍ਰਵੇਸ਼ ਕਰਦੇ ਹੈ ਸਿੱਖ ਦੇ ਜੀਵਨ ਵਿੱਚ, ਉਹਨਾਂ ਦਾ ਵਰਣਨ ਹੈ ਇਹਦੇ ਵਿੱਚ। ਲੇਕਿਨ ਪਹਿਲੀ ਗੱਲ ਜਿਹੜੀ ਹੈ ਉਹ ਮਹਾਰਾਜ ਕਰ ਚੁੱਕੇ ਹੋਏ ਨੇ ਕਿ ਸੁਣਨ ਦੇ ਨਾਲ ਜਿਹੜੀ ਜੁਗਤ ਜੁੜੀ ਹੋਈ ਹੈ, ਜਿਹੜੀ ਸ਼ਰਤ ਜੁੜੀ ਹੋਈ ਹੈ, ਉਹ ਇਹ ਹੈ, ਸੁਣਿਆ ਮੰਨਿਆ ਮਨ ਕੀਤਾ ਭਾਉ, ਗਾਵੀਐ ਸੁਣੀਐ ਮਨ ਰੱਖੀਐ ਭਾਉ। ਭਾਵੇਂ ਗਾਉਣਾ ਤੁਸੀਂ, ਭਾਵੇਂ ਸੁਣਨਾ ਤੁਸੀਂ, ਭਾਵੇਂ ਵਿਚਾਰਨਾ ਤੁਸੀਂ, ਪਰ ਅੰਦਰ ਪਿਆਰ ਹੋਣਾ ਚਾਹੀਦਾ ਹੈ, ਅੰਦਰ ਲਗਾਓ ਹੋਣਾ ਚਾਹੀਦਾ ਹੈ। ਤੇ ਮੈਂ ਫਿਰ ਬੇਨਤੀ ਦੁਬਾਰਾ ਦੁਹਰਾਵਾਂ, ਲਗਾਓ ਉਦੋਂ ਹੀ ਬਣਦਾ ਹੈ, ਪਿਆਰ ਉਦੋਂ ਹੀ ਬਣਦਾ ਹੈ ਜਦੋਂ ਕਿਸੇ ਦੇ ਨਾਲ ਸਾਡੀ ਖਿੱਚ ਬਣਦੀ ਹੈ। ਤੇ ਖਿੱਚ ਬਣਦੀ ਹੁੰਦੀ ਹੈ ਚੰਗਿਆਈਆਂ ਨਾਲ, ਔਗਣਾਂ ਨਾਲ ਖਿੱਚ ਨਹੀਂ ਬਣਦੀ ਹੁੰਦੀ। ਚੰਗਿਆਈਆਂ ਆਧਾਰ ਬਣਦੀਆਂ ਹੁੰਦੀਆਂ ਨੇ। ਜਦੋਂ ਸਾਨੂੰ ਕਿਸੇ ਬੰਦੇ ਬਾਰੇ, ਭਾਵੇਂ ਉਹ ਇਸਤਰੀ ਹੈ, ਭਾਵੇਂ ਪੁਰਸ਼ ਹੈ, ਜਾਂ ਕੋਈ ਪਦਾਰਥ ਹੈ, ਜਾਂ ਕੋਈ ਹੋਰ ਇਸ ਸੰਸਾਰ ਦੀ ਵਸਤੂ ਹੈ, ਉਹਦੀ ਚੰਗਿਆਈ ਪਤਾ ਲੱਗਦੀ ਹੈ, ਉਹਦੇ ਗੁਣ ਪਤਾ ਲੱਗਦੇ ਨੇ, ਫਿਰ ਅਸੀਂ ਉਹਨੂੰ ਪ੍ਰਾਪਤ ਕਰਨ ਵਾਸਤੇ ਉਤਾਵਲੇ ਹੁੰਦੇ ਹਾਂ। ਕੋਈ ਵੀ ਵਸਤੂ ਹੋਵੇ, ਉਹਦੇ ਗੁਣ ਪਤਾ ਲੱਗਦੇ ਜਦੋਂ ਸਾਨੂੰ, ਉਹਦਾ ਕੀ ਕੀ ਲਾਭ ਹੋਵੇਗਾ, ਫਿਰ ਅਸੀਂ ਜਿੰਨੀ ਜ਼ਿਆਦਾ ਮਾਤਰਾ ਦੇ ਵਿੱਚ ਉਹਦੇ ਗੁਣ ਪਤਾ ਲੱਗਦੇ ਹੈ, ਉਨੇ ਜ਼ਿਆਦਾ ਅਸੀਂ ਉਤਾਵਲੇ ਹੁੰਦੇ ਹਾਂ, ਉਤਸੁਕ ਹੁੰਦੇ ਹਾਂ ਉਹਨੂੰ ਪ੍ਰਾਪਤ ਕਰਨ ਵਾਸਤੇ। ਵਾਹਿਗੁਰੂ ਜੀ ਦੇ ਸੰਬੰਧ ਵਿੱਚ ਵੀ ਇਹੋ ਹੀ ਗੱਲ ਹੈ, ਸਤਿਗੁਰੂ ਜੀ ਦੇ ਸੰਬੰਧ ਵਿੱਚ ਵੀ ਇਹੋ ਹੀ ਗੱਲ ਹੈ। ਪਰ ਪਹਿਲਾਂ ਸੁਣਨਾ, ਪਤਾ ਲੱਗਣਾ। ਤੇ ਜੇ ਸੁਣਿਆ ਹੀ ਬੇਧਿਆਨਾ ਗਿਆ, ਜੇ ਸੁਣਨ ਦੇ ਵੱਲ ਹੀ ਧਿਆਨ ਨਹੀਂ ਗਿਆ, ਇਕਾਗਰਤਾ ਨਾਲ ਨਹੀਂ ਸੁਣਿਆ ਗਿਆ, ਕੀ ਸੁਣਿਆ ਗਿਆ, ਕੀ ਸੁਣਾਇਆ ਗਿਆ, ਰਮਜ਼ ਨਹੀਂ ਸਮਝ ਆਉਣੀ, ਗੁਰੂ ਪੁੱਤਰਾਂ ਨੂੰ ਨਹੀਂ ਸਮਝ ਆਈ। ਇਸੇ ਕਰਕੇ
ਉਹ ਜੋ ਆਖਿਆ ਗਿਆ ਉਹਦਾ ਲਾਭ ਕੀ ਹੋਣਾ ਹੈ ਸਾਨੂੰ ਨਹੀਂ ਪਤਾ ਲੱਗਿਆ। ਪਰ ਭਾਈ ਲਹਿਣਾ ਜੀ ਨੂੰ ਸੁਣਨਾ ਆ ਗਿਆ। ਗੱਲ ਪਾਣੀ ਦੇ ਵਿੱਚੋਂ, ਚਿੱਕੜ ਵਿੱਚੋਂ ਕਟੋਰਾ ਕੱਢਣ ਦੀ ਨਹੀਂ ਹੈ। ਬਾਬਾ ਸ੍ਰੀ ਚੰਦ ਜੀ, ਬਾਬਾ ਲਖਮੀ ਚੰਦ ਜੀ, ਹੋਰ ਸਿੱਖਾਂ ਦੀ ਇਹ ਦਲੀਲ ਦੁਨਿਆਵੀ ਸਮਝ ਤੋਂ ਠੀਕ ਹੈ ਕਿ ਤੁਸੀਂ ਸੱਚੇ ਪਾਤਸ਼ਾਹ ਕੀ ਕਰਨਾ, ਕਟੋਰਾ ਜਾਣਦੇ ਹੋ, ਕਟੋਰਾਂ ਦਾ ਘਾਟਾ ਤੁਹਾਡੇ ਕੋਲ। ਹੁਣ ਸਾਰੇ ਕੱਪੜੇ ਵੀ ਲਿਬੜਨਗੇ, ਇਹ ਕਟੋਰਾ ਲਿਬੜਿਆ, ਪਤਾ ਨਹੀਂ ਤੁਸੀਂ ਵਰਤਣਾ ਕਿ ਨਹੀਂ ਵਰਤਣਾ, ਕੀ ਕਰਨਾ ਹੈ, ਛੱਡੋ। ਦਲੀਲ ਸਮਝ ਆਉਂਦੀ ਹੈ। ਦੁਨਿਆਵੀ ਅਕਲਾਂ ਦੇ ਘੋੜੇ ਦੌੜਾ ਕੇ ਜਦੋਂ ਅਸੀਂ ਗੁਰੂ ਦਰਬਾਰ ਦੇ ਵਿੱਚ ਬਾਣੀ ਦੇ ਨਾਲ ਰਿਸ਼ਤਾ ਬਣਾਉਂਦੇ ਹਾਂ, ਸਤਸੰਗੀਆਂ ਨਾਲ ਰਿਸ਼ਤਾ ਬਣਾਉਂਦੇ ਹਾਂ, ਫਰਕ ਰਹਿਣਾ ਹੀ ਰਹਿਣਾ ਹੈ। ਇਹਨੇ ਕਰਮ ਕਾਂਡ ਬਣਨਾ ਹੀ ਬਣਨਾ ਹੈ, ਨਹੀਂ ਉਹ ਮਨ ਚਿੰਦੇ ਨਤੀਜੇ ਨਿਕਲਣੇ। ਜਾਂ ਅਸੀਂ ਬਾਣੀ ਪੜ੍ਹਾਂਗੇ ਡਰ ਦੇ ਅਧੀਨ, ਗੁਰਦੁਆਰੇ ਆਵਾਂਗੇ ਡਰ ਦੇ ਅਧੀਨ, ਜਾਂ ਲਾਲਚ ਦੇ ਅਧੀਨ ਆਵਾਂਗੇ, ਵਿਹਾਰ ਕਰਾਂਗੇ ਅਸੀਂ। ਨਹੀਂ, ਅੱਜ ਜਪਜੀ ਪੜ੍ਹਿਆ ਗਿਆ, ਮਨ ਦੇ ਉੱਤੇ ਬੇਚੈਨੀ ਇਸ ਕਰਕੇ ਹੈ ਕਿ ਅੱਜ ਕੋਈ ਵਿਘਨ ਨਾ ਪੈ ਜਾਏ, ਅੱਜ ਮੇਰੇ ਕੋਲੋਂ ਪਾਠ ਨਹੀਂ ਹੋਇਆ, ਨਿਤਨੇਮ ਨਹੀਂ ਹੋਇਆ, ਅੱਜ ਕੋਈ ਨਾ ਕੋਈ ਮੁਸੀਬਤ ਨਾ ਆ ਜਾਏ ਕਿਤੇ। ਇਸ ਕਰਕੇ ਉਹ ਅੰਦਰ ਜਿਹੜਾ ਇੱਕ ਸਹਿਮ ਪਿਆ ਵੀ ਜੇ ਬਾਣੀ ਨਾ ਪੜ੍ਹੀ ਤੇ ਫਿਰ ਕੋਈ ਵਿਘਨ ਪੈ ਜਾਣਾ, ਇਸ ਕਰਕੇ ਬਾਣੀ ਪੜ੍ਹ ਰਹੇ ਹਾਂ। ਅਤੇ ਜਾਂ ਫਿਰ ਇਸ ਕਰਕੇ ਗੁਰਦੁਆਰੇ ਆ ਰਹੇ ਹਾਂ, ਇੱਥੇ ਆ ਕੇ ਅਖੰਡ ਪਾਠ ਕਰਾ ਰਹੇ ਹਾਂ, ਕੀਰਤਨ ਕਰਵਾ ਰਹੇ ਹਾਂ, ਭਾਈ ਸਾਹਿਬ ਜੀ ਕੋਲੋਂ ਅਰਦਾਸਾਂ ਕਰਵਾ ਰਹੇ ਹਾਂ, ਲੰਗਰ ਕਰਵਾ ਰਹੇ ਹਾਂ, ਮਾਇਆ ਦੇ ਰਹੇ ਹਾਂ। ਇਸ ਕਰਕੇ ਅੰਦਰ ਇੱਕ ਲਾਲਚ ਪਿਆ ਹੈ, ਇਹ ਦੂਣ ਸਵਾਇਆ ਹੋ ਜਾਏ। ਅਸੀਂ ਵੀ ਧਾਰਮਿਕ ਸ਼੍ਰੇਣੀ ਵਾਲੇ ਇਹੋ ਹੀ ਕਰਦੇ ਹਾਂ। ਅਸੀਂ ਵੀ ਉਹਨਾਂ ਦੇ ਦਿੱਤੇ ਹੋਏ ਨੂੰ ਵਿਹਾਰ ਦੇ ਵਿੱਚ ਹੀ ਬਦਲਦੇ ਹਾਂ, ਕਾਰੋਬਾਰ ਦੇ ਵਿੱਚ ਹੀ ਬਦਲ ਦਿੰਦੇ ਹਾਂ। ਮਹਾਰਾਜ ਫਲਾਣੇ ਸਿੱਖ ਨੇ ਆ ਦਿੱਤਾ, ਹੁਣ ਇਹਦੇ ਖਜ਼ਾਨੇ ਭਰਪੂਰ ਕਰਨੇ। ਉਹਨੇ ਦਿੱਤਾ ਕੀ ਹੈ, ਉਹਦੀ ਚਰਚਾ ਕਰਕੇ ਤੇ ਫਿਰ ਖਜ਼ਾਨੇ ਭਰਪੂਰ ਕਰਨੇ। ਇਹਨੂੰ ਇਹ ਦੇ ਦੇਣਾ, ਇਹਨੂੰ ਇਹ ਦੇ ਦੇਣਾ, ਇਹਨੂੰ ਇਹ ਦੇ ਦੇਣਾ, ਇਹਨੂੰ ਇਹ ਦੇ ਦੇਣਾ। ਇਹ ਤਾਂ ਵਿਹਾਰ ਹੋਇਆ ਨਾ ਜੀ। ਅਤੇ ਵਿਹਾਰ ਦੇ ਵਿੱਚ ਪਿਆਰ ਨਹੀਂ ਹੁੰਦਾ। ਜਿੱਦਣ ਭਾਈ ਜੇਠਾ ਜੀ ਨੇ ਜਾਂ ਭਾਈ ਲਹਿਣਾ ਜੀ ਨੇ ਗੁਰੂ ਦੇ ਬਚਨ ਨੂੰ ਮੰਨਣ ਵਾਸਤੇ, ਉਹਨੂੰ ਕਮਾਉਣ ਵਾਸਤੇ ਆਪਣਾ ਆਪਾ ਗੁਰੂ ਨੂੰ ਸਮਰਪਿਤ ਕੀਤਾ ਸੀ, ਗੁਰੂ ਪਾਤਸ਼ਾਹ ਨੂੰ ਲਾਲਚ ਨਹੀਂ ਸੀ ਕੋਈ, ਅੰਦਰ ਭੈ ਨਹੀਂ ਸੀ ਕੋਈ, ਬਸ ਲਗਾਓ ਸੀ। ਕੋਈ ਰਸ ਆਇਆ ਭਾਈ ਲਹਿਣਾ ਜੀ ਨੂੰ, ਭਾਈ ਜੋਧਾ ਜੀ ਦੇ ਕੋਲੋਂ ਗੁਰੂ ਦਾ ਸ਼ਬਦ ਸੁਣ ਕੇ ਕੋਈ ਅੰਦਰ ਝੁਣਝੁਣੀ ਮਹਿਸੂਸ ਹੋਈ, ਰਸ ਵਾਲੀ। ਉਹ ਚਿਮਚਿਮ ਵਰਸਾ ਅੰਮ੍ਰਿਤ ਧਾਰਾ ਦਾ ਕੋਈ ਝਲਕਾਰਾ ਮਿਲਿਆ ਭਾਈ ਲਹਿਣਾ ਜੀ ਨੂੰ। ਇਸ ਕਰਕੇ ਉਤਾਵਲੇ ਹੋਏ ਇਸ ਬਾਣੀ ਦੇ ਦਾਤੇ ਨੂੰ ਮਿਲਣ ਵਾਸਤੇ। ਕੋਈ ਲਾਲਚ ਨਹੀਂ ਸੀ, ਕੋਈ ਡਰ ਨਹੀਂ ਸੀ ਅੰਦਰ। ਤੇ ਭਾਈ ਜੇਠਾ ਜੀ ਵੀ ਜਦੋਂ ਘੁੰਗਣੀਆਂ ਵੇਚਦੇ ਵੇਚਦੇ ਗੁਰੂ ਦਰਬਾਰ ਦੇ ਸਾਹਮਣੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਨਾਲ ਸਿੱਖ ਸੇਵਕ ਵਾਲਾ ਰਿਸ਼ਤਾ ਬਣਾਉਂਦੇ ਹੈ, ਤੇ ਉੱਥੇ ਕੋਈ ਲਾਲਚ ਨਹੀਂ ਹੈ, ਕੋਈ ਡਰ ਨਹੀਂ ਹੈ, ਸਿਰਫ ਇੱਕੋ ਹੀ ਹੈ ਮਨ ਦੇ ਵਿੱਚ, ਇੱਥੇ ਕੋਈ ਨਾ ਕੋਈ ਰਸ ਮਿਲਦਾ ਪਿਆ। ਇੱਥੇ ਮੈਂ ਦੇਖਦਾ ਕਿ ਦੁਨੀਆ ਆਉਂਦੀ ਹੈ ਨਿੰਮੋ ਝੂਣੀ ਹੋਈ ਹੋਈ, ਉਦਾਸ ਨਿਰਾਸ਼, ਪਰ ਜਦੋਂ ਗੁਰੂ ਕੋਲ ਬੈਠ ਕੇ ਵਾਪਸ ਜਾਂਦੀ ਹੈ ਤੇ ਚਿਹਰਿਆਂ ਦੇ ਉੱਤੇ ਇੱਕ ਖੜਾਓ ਹੈ। ਕੋਈ ਇਹਨਾਂ ਦੇ ਚਿਹਰੇ ਤੋਂ, ਇਹਨਾਂ ਦੀ ਬੋਲ ਬਾਣੀ ਤੋਂ, ਇਹਨਾਂ ਦੇ ਵਰਤੋਂ ਵਿਹਾਰ ਵਿੱਚੋਂ ਕੋਈ ਸਹਿਜ ਟਪਕਦਾ ਪਿਆ, ਕੋਈ ਟਿਕਾਓ ਨਜ਼ਰ ਆਉਂ, ਕੋਈ ਦਾਨਾਪਣ ਹੈ। ਕੁਝ ਇਹਨਾਂ ਕੋਲ ਖਾਸ ਕਿਸਮ ਦੀ ਮਨੋ ਅਵਸਥਾ ਆ ਗਈ ਲੱਗਦੀ ਹੈ। ਇਸ ਪ੍ਰਾਪਤੀ ਵਾਸਤੇ ਗੁਰੂ ਭਾਈ ਜੇਠਾ ਜੀ ਗੁਰੂ ਅਮਰਦਾਸ ਸਾਹਿਬ ਨਾਲ ਰਿਸ਼ਤਾ ਬਣਾਉਂਦੇ ਹੈ, ਅਤੇ ਉਹ ਰਿਸ਼ਤਾ ਸੇਵਕ ਵਾਲਾ ਰਿਸ਼ਤਾ। ਬਹੁਤ ਵਾਰੀ ਉਹਦੇ ਵਿੱਚ ਕਈ ਤਰ੍ਹਾਂ ਦੀਆਂ ਪ੍ਰੀਖਿਆਵਾਂ ਆਉਂਦੀਆਂ ਨੇ। ਕਦੀ ਰਿਸ਼ਤੇਦਾਰ ਆਉਂਦੇ ਨੇ, ਆ ਕੇ ਮਿਹਣੇ ਮਾਰਦੇ ਹੈ ਕਿ ਉੱਚੇ ਖਾਨਦਾਨ ਦਾ, ਸੋਢੀ ਖਾਨਦਾਨ ਦਾ ਹੋ ਕੇ ਤੇ ਸਹੁਰਿਆਂ ਦੇ ਘਰ ਵਿੱਚ ਨੌਕਰਾਂ ਵਾਂਗ ਕੰਮ ਕਰਦਾ ਹੈ। ਇੱਥੇ ਫਰਕ ਹੈ ਦੁਨਿਆਵੀ ਰਿਸ਼ਤਿਆਂ ਦਾ ਤੇ ਸਤਸੰਗੀ ਰਿਸ਼ਤੇ ਦਾ, ਇੱਥੇ ਹੀ ਫਰਕ ਹੈ ਗੁਰੂ ਪਿਆਰਿਓ।
ਜੇ ਤੇ ਅਸੀਂ ਜੋ ਕੁਛ ਦਿੱਤਾ, ਜੋ ਕੁਛ ਇੱਥੇ ਕੀਤਾ, ਭਾਵੇਂ ਉਹ ਸੇਵਾ ਕੀਤੀ, ਭਾਵੇਂ ਬਾਣੀ ਪੜ੍ਹੀ, ਸੁਣੀ, ਸੁਣਾਈ, ਗਾਵੀ, ਵਿਚਾਰੀ, ਤੇ ਭਾਵੇਂ ਭੇਟਾਵਾਂ ਅਰਪਿਤ ਕੀਤੀਆਂ, ਜੇ ਤੇ ਦੁਨੀਆ ਉਹਦੇ ਵਿੱਚ ਆ ਗਈ ਕਿ ਮੈਨੂੰ ਸੁਣ ਕੇ ਮੇਰੀ ਵਾਹ ਵਾਹ ਕੀਤੀ ਕਿ ਨਹੀਂ ਕੀਤੀ ਕਿਸੇ ਨੇ, ਮੇਰੇ ਦਿੱਤੇ ਨੂੰ ਕਿਸੇ ਨੇ ਦੇਖ ਕੇ ਜੈਕਾਰੇ ਗਜਾਏ ਕਿ ਨਹੀਂ ਗਜਾਏ, ਮੇਰੇ ਨਾਮ ਦੀ ਚਰਚਾ ਹੋਈ ਕਿ ਨਹੀਂ ਹੋਈ, ਫਿਰ ਗੁਰੂ ਤੇ ਸਿੱਖ ਦਾ ਰਿਸ਼ਤਾ ਨਹੀਂ ਬਣਿਆ। ਰਿਸ਼ਤਾ ਫਿਰ ਦੁਨੀਆ ਨਾਲ ਅਸੀਂ ਬਣਾਇਆ, ਗੁਰੂ ਤੇ ਕੇਵਲ ਸਾਧਨ ਬਣਾਇਆ। ਪਰ ਮੈਂ ਤੇ ਦੁਨੀਆ ਨੂੰ ਦੱਸਣਾ ਚਾਹੁੰਦਾ ਸੀ ਕਿ ਮੈਂ ਕਿੰਨਾ ਵਿਦਵਾਨ, ਕਿੰਨਾ ਵਿਚਾਰਵਾਨ, ਕਿੰਨਾ ਗਿਆਨੀ ਤੇ ਕਿੰਨਾ ਦਾਨੀ। ਸਾਹਿਬ ਜੀ ਕਹਿੰਦੇ ਰਿਸ਼ਤੇ ਮੇਰੇ ਨਾਲ ਕਦੋਂ ਬਣਾਉਂਦੇ ਹੋ ਤੁਸੀਂ? ਦੁਨੀਆ ਦੇ ਵਿੱਚੋਂ ਆਉਂਦੇ ਹੋ ਤੇ ਫਿਰ ਇੱਥੇ ਮੇਰੇ ਕੋਲ ਆ ਕੇ ਵੀ ਦੁਨੀਆ ਹੀ ਤੁਹਾਡੇ ਅੰਦਰ ਹੁੰਦੀ ਹੈ, ਇੱਥੋਂ ਜਾ ਕੇ ਵੀ ਦੁਨੀਆ ਦੀ ਭੀੜ ਵਿੱਚ ਗਵਾਚ ਜਾਂਦੇ ਹੋ, ਇੱਥੇ ਬੈਠ ਕੇ ਵੀ ਤੁਹਾਨੂੰ ਦੁਨੀਆ ਨਹੀਂ ਭੁੱਲਦੀ, ਦੁਨੀਆਦਾਰੀ ਨਹੀਂ ਭੁੱਲਦੀ, ਦੁਨੀਆ ਵਾਲੀਆਂ ਅਕਲਾਂ ਸਿਆਣਪਾਂ ਤੁਹਾਡੇ ਉੱਥੇ ਹੀ ਰਹਿੰਦੀਆਂ ਨੇ। ਕਦੋਂ ਮੈਨੂੰ ਸੁਣਿਆ ਤੁਸੀਂ? ਦਾਤਾਰ ਜੀ ਕਹਿੰਦੇ ਸੁਣਨ ਦਾ ਨਤੀਜਾ ਹੈ। ਗੁਰੂ ਅਮਰਦਾਸ ਸਾਹਿਬ ਕਹਿੰਦੇ ਕਦੀ ਇੱਦਾਂ ਸੁਣਨਾ ਸਿੱਖੋ, ਇਹ ਮਨ ਗੁਰ ਕੀ ਸਿੱਖ ਸੁਣ, ਹਰ ਪਾਂ ਹੈ ਗੁਣੀ ਨਿਧਾਨ। ਤੈਨੂੰ ਤੇ ਰੱਬ ਮਿਲ ਜਾਏਗਾ, ਗੁਣਾਂ ਦਾ ਖਜ਼ਾਨਾ ਵਾਹਿਗੁਰੂ ਮਿਲ ਜਾਏਗਾ ਤੈਨੂੰ। ਹਰ ਸੁਖ ਦਾਤਾ ਤੇਰਾ ਮਨ ਵਸੈ, ਸੁਖ ਦਾਤਾ ਤੇਰਾ ਮਨ ਵਸੈ, ਹਉਮੈ ਜਾਏ ਅਭਿਮਾਨ। ਜਿਹੜੀ ਤੂੰ 24 ਘੰਟੇ ਮੈਂ ਕਰਦਾ ਨਾ, ਇਹ ਗੁਰੂ ਦੀ ਸਿੱਖਿਆ ਸੁਣ ਕੇ ਇਹ ਮੈਂ ਬਦਲ ਜਾਏਗੀ। ਮੈਂ ਨਾਹੀਂ ਪ੍ਰਭ ਸਭ ਕੁਛ ਤੇਰਾ, ਸਭ ਕੁਛ ਤੇਰਾ, ਸਭ ਕੁਛ ਤੇਰਾ। ਮੈਂ ਨਾਹੀਂ ਕਛ ਹਉ ਨਹੀਂ, ਕਿਛ ਆਹੇ ਨਾ ਮੋਰਾ। ਤੇਰੀ ਮਨੋ ਅਵਸਥਾ ਮੈਂ ਤੋਂ ਤੂੰ ਦੇ ਵਿੱਚ ਚਲੀ ਜਾਏਗੀ। ਫਿਰ ਤੈਨੂੰ ਨਾ ਮੈਂ ਦਾ ਤੇ ਨਾ ਮੈਂ ਨਾਲ ਜੁੜੇ ਹੋਏ ਕਿਸੇ ਵੀ ਸੰਸਾਰ ਦੇ ਪਸਾਰੇ ਦਾ ਗੁਮਾਨ ਨਹੀਂ ਹੋਏਗਾ। ਅੱਜ ਤੇ ਗੁਮਾਨ ਹੈ, ਤੇ ਉਹ ਗੁਮਾਨ ਹੀ ਮੈਨੂੰ ਤੰਗ ਕਰ ਰਿਹਾ ਹੈ। ਜੇ ਤੇ ਮੇਰੀ ਵਾਹ ਵਾਹ ਹੋ ਗਈ, ਮੇਰੀਆਂ ਗੱਲਾਂ ਸੁਣ ਕੇ ਫੋਨ ਆਉਣੇ ਸ਼ੁਰੂ ਹੋ ਗਏ, ਬਹੁਤ ਕਮਾਲ ਦੀ ਕਥਾ ਕੀਤੀ ਜੀ, ਕਮਾਲ ਦੀ ਕਥਾ। ਜੇ ਕਿਸੇ ਨੇ ਕਹਿਤੇ ਜੀ ਤੁਹਾਡੇ ਨੂੰ ਤੇ ਗੱਲ ਹੀ ਨਹੀਂ ਤੁਹਾਨੂੰ ਕਰਨੀ ਆਈ, ਸਮਝ ਹੀ ਨਹੀਂ ਆਈ, ਤੇ ਮੇਰਾ ਤੇ ਕੀ ਹੋ ਜਾਣਾ ਹੈ। ਉਹ ਹਉਮੈ ਨੇ ਫਿਰ ਮੈਨੂੰ ਕਲਪਾ ਦੇਣਾ ਹੈ, ਹਉਮੈ ਨੂੰ ਮੈਨੂੰ ਨਿਰਾਸ਼ ਕਰ ਦੇਣਾ ਹੈ। ਮਹਾਰਾਜ ਕਹਿੰਦੇ ਇਹੀ ਤੇ ਮੈਂ ਕਢਾਉਣਾ ਸੀ ਵਿੱਚੋਂ। ਇਹੀ ਤੇ ਭਾਈ ਰਾਮਾ ਜੀ ਤੇ ਭਾਈ ਜੇਠਾ ਜੀ ਦਾ ਫਰਕ ਹੈ। ਭਾਈ ਰਾਮਾ ਜੀ ਨੂੰ ਸਮਝ ਨੇ ਵੱਖ ਕੀਤਾ ਸਤਸੰਗੀ ਰਿਸ਼ਤੇ ਨਾਲ। ਗੁਰੂ ਤੇ ਸਿੱਖ ਦਾ ਰਿਸ਼ਤਾ ਤੇ ਨਹੀਂ ਬਣਿਆ, ਸਹੁਰੇ ਤੇ ਜਵਾਈ ਦਾ ਰਿਸ਼ਤਾ ਹੀ ਬਣਿਆ। ਭਾਈ ਜੇਠਾ ਜੀ ਨੇ ਸਮਰਪਿਤ ਕੀਤਾ ਆਪਣੀ ਸੁਰਤੀ ਬਿਰਤੀ ਨੂੰ, ਆਪਣੇ ਮਨ ਨੂੰ, ਆਪਣੀ ਮਤ ਨੂੰ, ਆਪਣੀ ਸਮਝ ਨੂੰ। ਆਖਿਆ ਪਾਤਸ਼ਾਹ ਮੇਰੇ ਕੋਲ ਕਿੱਥੇ ਸਮਝ ਹੈ ਕਿ ਮੈਂ ਬਣਾ ਸਕਾਂ ਤੁਹਾਡੇ ਹੁਕਮ ਅਨੁਸਾਰ, ਤੁਹਾਡੀ ਰਜ਼ਾ ਅਨੁਸਾਰ। ਇਹ ਰਿਸ਼ਤਾ ਜਿਹੜਾ ਨਾ, ਇਹ ਹੈ ਸਿੱਖ ਦਾ ਤੇ ਗੁਰੂ ਦਾ ਰਿਸ਼ਤਾ। ਇਹ ਹੈ ਪਿਆਰ ਦਾ ਰਿਸ਼ਤਾ। ਇੱਥੇ ਨਾ ਡਰ ਹੈ ਨਾ ਲਾਲਚ ਹੈ, ਇੱਥੇ ਪਿਆਰ ਦੀ ਖੇਡ ਹੈ, ਨਿਰਮਲ ਭਉ ਦੀ ਖੇਡ ਹੈ, ਅਦਬ ਸਤਿਕਾਰ ਦੀ ਖੇਡ ਹੈ। ਮਹਾਰਾਜ ਕਹਿੰਦੇ ਜਿਸ ਨੂੰ ਇਸ ਤਰ੍ਹਾਂ ਦੀ ਮਨੋ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਨਾ, ਉਹਨਾਂ ਦੇ ਜੀਵਨ ਵਿੱਚ ਨਿਸ਼ਚੈ ਹੀ ਨਤੀਜਾ ਨਿਕਲਦਾ ਹੈ, ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਦੁੱਖ ਪਰ ਹਰ ਕਿਵੇਂ ਹੁੰਦਾ ਹੈ? ਦੁੱਖ ਤਿਆਗਿਆ ਕਿਵੇਂ ਜਾਂਦਾ ਹੈ? ਸੁੱਖ ਘਰ ਕਿਵੇਂ ਆ ਜਾਂਦਾ ਹੈ? ਕਿਉਂਕਿ ਸੁੱਖ ਨਾਲ ਜੁੜੀਆਂ ਹੋਈਆਂ ਉਹ ਸਾਰੀਆਂ ਬਰਕਤਾਂ ਸਾਡੇ ਅੰਦਰ ਆ ਜਾਂਦੀਆਂ ਨੇ। ਇਹ ਨਹੀਂ ਕਿ ਦੁਨੀਆ ਦੇ ਧਨ ਪਦਾਰਥ, ਦੁਨੀਆ ਦੀ ਵਾਹ ਵਾਹ, ਦੁਨੀਆ ਦੇ ਮਾਣ ਤਾਣ, ਮੈਲ ਮਾੜੀਆਂ ਇਹ ਆ ਜਾਂਦੇ ਨੇ ਗੁਰੂ ਦੀ ਗੱਲ ਸੁਣਨ ਨਾਲ। ਮਹਾਰਾਜ ਕਹਿੰਦੇ ਤੇ ਬਹੁਤ ਨਿਗੁਣੀਆਂ ਗੱਲਾਂ ਨੇ। ਅਸਲ ਵਿੱਚ ਜਪ ਸੁਣਨ ਨਾਲ, ਜਪ ਪੜ੍ਹਨ ਨਾਲ, ਜਪ ਗਾਉਣ ਨਾਲ, ਜਿਹਦਾ ਜਪ ਗਾਇਆ ਜਾ ਰਿਹਾ ਨਾ ਉਹ ਮਿਲ ਜਾਂਦਾ ਹੈ। ਤੇ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਤੁਹਾਡੀ ਮਨੋ ਅਵਸਥਾ ਵਿੱਚ ਇਹ ਚੇਤਾ ਲਿਆਉਣਾ ਚਾਹੁੰਦਾ, ਇਹ ਧਿਆਨ ਲਿਆਉਣਾ ਚਾਹੁੰਦਾ, ਇੱਥੇ ਤੁਹਾਡੀ ਸੁਰਤੀ ਬਿਰਤੀ ਨੂੰ ਖੜਾਉਣਾ ਚਾਹੁੰਦਾ ਕਿ ਤੁਹਾਨੂੰ ਗੁਰੂ ਕੋਲ ਆ ਕੇ ਅੱਜ ਤੇ ਮੰਗਣ ਦੀ ਇਹ ਬਿਰਤੀ ਹੈ ਕਿ ਮੈਨੂੰ ਮਹਾਰਾਜ ਧੀਆਂ ਪੁੱਤਰ ਦੇ ਦਿਓ, ਮੈਨੂੰ ਤੁਸੀਂ ਸੁੱਖ ਸਾਧਨ ਦੇ ਦਿਓ, ਦੇਹ ਅਰੋਗਤਾ ਦੇ ਦਿਓ, ਇਹ ਚੀਜ਼ ਦੁਨੀਆ ਦੀਆਂ ਦਾਤਾਂ। ਕਿਉਂਕਿ ਸਾਡੀ ਬਿਰਤੀ ਦੁਨੀਆਦਾਰੀ ਦੀ ਹੈ। ਅਜੇ ਅਸੀਂ ਦੁਨਿਆਵੀ ਸਮਝ ਤੱਕ, ਦੁਨਿਆਵੀ ਸੁਰਤੀ ਬਿਰਤੀ ਤੱਕ ਅਟਕੇ ਹੋਏ ਹਾਂ। ਅਜੇ ਸਾਨੂੰ ਦੁਨਿਆਵੀ ਵਸਤੂਆਂ ਜ਼ਿਆਦਾ ਮਹੱਤਵਪੂਰਨ ਲੱਗਦੀਆਂ ਨੇ। ਮਹਾਰਾਜ ਨੇ ਤੇ ਉਹਨਾਂ ਤੋਂ ਵੀ ਮਨਾ ਨਹੀਂ ਕੀਤਾ ਭਈ ਅਜੇ ਤੁਸੀਂ ਉਸ ਤਰ੍ਹਾਂ ਦੀ ਦੁਨਿਆਵੀ ਬਿਰਤੀ ਵਿੱਚੋਂ ਆਏ ਤੇ ਹੋ ਚੱਲ ਕੇ,
ਪਰ ਮੇਰੇ ਕੋਲ ਬੈਠ ਕੇ ਤੁਸੀਂ ਇਹਨਾਂ ਮੰਗਾਂ ਤੋਂ ਉੱਪਰ ਉੱਠ ਕੇ ਕਦੀ ਇਹ ਮੰਗ ਕਰਨੀ ਸਿੱਖਣੀ ਹੈ। ਇਸ ਮੰਗ ਤੋਂ ਬਿਨਾਂ ਨਹੀਂ ਜੇ ਖੇਡ ਵਾਪਰਨੀ। ਆਨੰਦਮਈ ਅਵਸਥਾ ਦਾ ਨਤੀਜਾ ਨਹੀਂ ਨਿਕਲਣਾ। ਦੁਨਿਆਵੀ ਮੰਗਾਂ ਮੰਗੀ ਜਾਓਗੇ, ਮਿਲ ਵੀ ਜਾਣਗੀਆਂ, ਪਰ ਉਹਨਾਂ ਨੇ ਤੁਹਾਨੂੰ ਸਦੀਵੀ ਆਨੰਦ ਨਹੀਂ ਜੇ ਦੇਣਾ। ਕਿਉਂਕਿ ਅੱਜ ਮਿਲ ਗਈਆਂ, ਕੱਲ੍ਹ ਨੂੰ ਕੋਈ ਹੋਰ ਕਾਰਨ ਵਾਪਰ ਗਿਆ, ਖੁੱਸ ਗਈਆਂ, ਤੁਸੀਂ ਫਿਰ ਸ਼ਿਕਵਿਆਂ ਨਾਲ ਭਰ ਜਾਣਾ, ਫਿਰ ਤ੍ਰਿਸ਼ਨਾ ਨੇ ਬੇਚੈਨੀ ਪੈਦਾ ਕਰ ਦੇਣੀ ਹੈ ਤੁਹਾਡੇ ਅੰਦਰ। ਪਰ ਜੇ ਮੇਰੇ ਕੋਲ ਬੈਠ ਕੇ ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ ਦੀ ਮੰਗ ਕਰਨੀ ਆ ਗਈ, ਫਿਰ ਤੁਹਾਡੇ ਅੰਦਰ ਕਿਸੇ ਵੀ ਚੀਜ਼ ਦੀ ਥੁੜ ਨੇ ਤੁਹਾਨੂੰ ਬੇਚੈਨ ਅਸ਼ਾਂਤ ਨਹੀਂ ਕਰਨਾ। ਇਸੇ ਕਰਕੇ ਗੁਰੂ ਨਾਨਕ ਪਾਤਸ਼ਾਹ ਨੇ ਇਹ ਉਪਦੇਸ਼ ਬਖਸ਼ਿਸ਼ ਕੀਤਾ, ਮੇਰੇ ਵਾਹਿਗੁਰੂ ਜੀ ਮੈਂ ਤੁਹਾਡੇ ਕੋਲੋਂ ਇੱਕ ਮੰਗ ਮੰਗਦਾ। ਹੋਣਗੀਆਂ ਮਹੱਤਵਪੂਰਨ ਦੁਨਿਆਵੀ ਚੀਜ਼ਾਂ, ਮਹਿਲ ਮਾੜੀਆਂ, ਸੁੱਖ ਸਾਧਨ, ਸਵਾਰੀਆਂ ਦੇ ਸਾਧਨ, ਇਹ ਦੁਨੀਆ ਦੀ ਵਾਹ, ਦੁਨੀਆ ਦੀਆਂ ਰਿੱਧੀਆਂ ਸਿੱਧੀਆਂ ਸ਼ਕਤੀਆਂ ਬਹੁਤ ਕੀਮਤੀ ਹੋਣਗੀਆਂ, ਪਰ ਮੈਨੂੰ ਲੱਗਦਾ ਤੁਹਾਡਾ ਜਪ ਪੜ੍ਹਦੇ ਹਾਂ, ਤੁਹਾਡਾ ਗੁਣਗਾਨ ਕਰਦੇ ਹਾਂ ਕਿ ਤੁਹਾਨੂੰ ਮਿਲਣ ਤੋਂ ਉੱਪਰ ਕੋਈ ਵੀ ਚੀਜ਼ ਮਹੱਤਵਪੂਰਨ ਨਹੀਂ ਹੈ, ਕੋਈ ਵੀ ਚੀਜ਼ ਸੁਖਦਾਈ ਨਹੀਂ ਹੈ। ਬਚਨ ਗੁਰੂਦੇਵ ਦਾ, ਮੋਤੀ ਤਾਂ ਮੰਦਰ ਊਸਰੈ ਰਤਨੀ ਤਾਂ ਹੋਹੇ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ, ਮਤ ਦੇਖ ਭੂਲਾਂ ਵਿਸਰੈ ਤੇਰਾ ਚਿਤ ਨਾ ਆਵੇ ਨਾਉ। ਪਾਤਸ਼ਾਹ ਜੀਓ, ਮੋਤੀਆਂ ਦੇ ਮੰਦਰ, ਮੋਤੀਆਂ ਦੇ ਜੜਾਊ ਮੰਦਰ, ਸੁਖਾਲੀਆਂ ਸੇਜਾਂ, ਮੈਨੂੰ ਦੁਨੀਆ ਦੇ ਤਖਤ ਮਿਲ ਜਾਣ, ਦੁਨੀਆ ਮੇਰਾ ਹੁਕਮ ਮੰਨੇ, ਵਾਹ ਹੋਵੇ ਮੇਰੇ ਆਲੇ ਦੁਆਲੇ ਦੁਨੀਆ ਦੀ, ਮੇਰੇ ਕੋਲ ਦੁਨੀਆ ਦੀਆਂ ਰਿੱਧੀਆਂ ਸਿੱਧੀਆਂ ਹੋ ਜਾਣ, ਸਭ ਕੁਛ ਹੋ ਜਾਵੇ, ਤਾਂ ਵੀ ਪਾਤਸ਼ਾਹ ਮੇਰੀ ਬੇਨਤੀ ਹੈ, ਮਤ ਦੇਖ ਭੂਲਾਂ ਵਿਸਰੈ ਤੇਰਾ ਚਿਤ ਨਾ ਆਵੇ ਨਾਉ। ਪਾਤਸ਼ਾਹ ਕਿਤੇ ਮਤਾਂ ਇਹਨਾਂ ਚੀਜ਼ਾਂ ਨੂੰ ਦੇਖ ਕੇ ਮੈਂ ਤੁਹਾਡੀ ਯਾਦ ਭੁਲਾ ਦਿਆਂ, ਤੁਹਾਡੀ ਸਿਫਤ ਸਲਾਹ ਭੁਲਾ ਦਿਆਂ, ਤੁਸੀਂ ਮੈਨੂੰ ਵਿਸਰ ਜਾਓ। ਕਿਉਂਕਿ ਮੈਨੂੰ ਇਹ ਵਿਸ਼ਵਾਸ ਹੋ ਗਿਆ ਹੈ, ਹਰ ਬਿਨ ਜੀਓ ਜਲ ਬਲ ਜਾਓ। ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੀ ਥਾਂ। ਪਾਤਸ਼ਾਹ ਮੈਨੂੰ ਮੇਰੇ ਗੁਰੂ ਨੇ ਦੱਸਿਆ ਹੈ, ਜੇ ਆਨੰਦ ਲੈਣਾ ਭਲਿਆ, ਬੇਚੈਨੀ ਅਸ਼ਾਂਤੀ ਤ੍ਰਿਸ਼ਨਾ ਦੀ ਚਿੰਤਾਵਾਂ ਦੀ ਬਲਦੀ ਅੱਗ ਤੋਂ ਨਿਜਾਤ ਪਾਉਣੀ ਹੈ, ਤੇ ਵਾਹਿਗੁਰੂ ਜੀ ਦੇ ਮਿਲਾਪ ਤੋਂ ਬਿਨਾਂ ਨਹੀਂ ਸਰਨਾ ਤੇਰਾ। ਵਾਹਿਗੁਰੂ ਜੀ ਨਾਲ ਸਾਂਝ ਪਾਉਣ ਤੋਂ, ਵਾਹਿਗੁਰੂ ਜੀ ਨਾਲ ਪਿਆਰ ਦਾ ਰਿਸ਼ਤਾ ਬਣਾਉਣ ਤੋਂ ਬਿਨਾਂ ਖੇਡ ਆਨੰਦਮਈ ਵਾਪਰਨੀ ਨਹੀਂ। ਹਰ ਬਿਨ ਜੀਓ ਜਲ ਬਲ ਜਾਓ, ਜਿਉੜਾ ਜਲ ਬਲ ਜਾਂਦਾ ਹੈ। ਵਿਕਾਰੀ ਬਿਰਤੀਆਂ ਦੀ ਅੱਗ ਨਾਲ ਸੜਦੇ ਰਹਿੰਦੇ ਹਾਂ ਅਸੀਂ। ਘਰ ਘਰ ਇਹ ਅੱਗ ਦੀ ਗੱਲ ਬਾਬਾ ਫਰੀਦ ਜੀ ਕਰਦੇ ਆ। ਉਹ ਅੱਗ ਵਿਕਾਰੀ ਬਿਰਤੀਆਂ ਦੀ ਅੱਗ, ਦੁਨਿਆਵੀ ਬਿਰਤੀਆਂ ਦੀ ਅੱਗ ਸਾਡੇ ਸਾਰਿਆਂ ਅੰਦਰ ਘੱਟ ਵੱਧ ਬਲੀ ਪਈ ਹੈ। ਮਹਾਰਾਜ ਕਹਿੰਦੇ ਮੈਂ ਇਸ ਅੱਗ ਵਿੱਚ ਨਹੀਂ ਸੜਨਾ ਚਾਹੁੰਦਾ, ਮੈਂ ਆਨੰਦ ਦੀ ਸਹਿਜ ਦੀ ਟਿਕਾਊ ਦੀ ਅਵਸਥਾ ਵਿੱਚ ਜਿਉਣਾ ਚਾਹੁੰਦਾ। ਮਹਾਰਾਜ ਕਹਿੰਦੇ ਜੇ ਇਸ ਤਰ੍ਹਾਂ ਜਿਉਣਾ ਚਾਹੁੰਦਾ ਤੇ ਫਿਰ ਮੇਰੀ ਗੱਲ ਸੁਣ। ਇਹ ਮਨ ਗੁਰ ਕੀ ਸਿੱਖ ਸੁਣ, ਪਰ ਕੰਨਾਂ ਦੇ ਨਾਲ ਹੀ ਨਾ ਸੁਣੀ। ਕੰਨ ਤੈਨੂੰ ਮਿਲੇ ਨੇ, ਇਹ ਸੁਣਨ ਵਾਸਤੇ ਹੀ ਮਿਲੇ ਨੇ। ਸੁਣਨ ਸ਼ਕਤੀ ਬਹੁਤ ਵੱਡੀ ਦਾਤ ਤੈਨੂੰ ਮਿਲੀ ਹੈ, ਪਰ ਇਸ ਦਾਤ ਨੂੰ ਸੁਚੱਜੇ ਤਰੀਕੇ ਨਾਲ ਵਰਤਣਾ ਸਿੱਖ। ਕੇਵਲ ਸਰੀਰਕ ਕੰਨਾਂ ਨਾਲ ਨਹੀਂ, ਸੁਰਤੀ ਨੂੰ ਵੀ ਕੰਨ ਬਣਾ। ਸੁਰਤੀ ਦੀ ਇਕਾਗਰਤਾ ਨਾਲ ਕਾਜ਼ੀ ਵਾਂਗ ਨਾ ਸੁਣੀ, ਕਾਜ਼ੀ ਵਾਂਗ ਨਾ ਨਮਾਜ਼ ਪੜ੍ਹੀ, ਜਪ ਜੀ ਕਾਜ਼ੀ ਵਾਂਗ ਨਾ ਪੜ੍ਹੀ, ਸਿੱਖ ਵਾਂਗ ਪੜ੍ਹੀ। ਭਾਈ ਜੋਧਾ ਜੀ ਵਾਂਗ ਪੜ੍ਹਨਾ ਸਿੱਖ, ਜਿਹਨੂੰ ਸੁਣ ਕੇ ਭਾਈ ਲਹਿਣਾ ਜੀ ਨੂੰ ਜ਼ਿੰਦਗੀ ਦਾ ਉਹ ਸਾਰਾ ਕਰਮ ਕਾਂਡ ਵਿਸਰ ਗਿਆ, ਗੁਰੂ ਦੀ ਬਾਣੀ ਦਾ ਰਸ ਗੁਰੂ ਤੱਕ ਲੈ ਗਿਆ, ਤੇ ਗੁਰੂ ਨਾਲ ਸਤਸੰਗੀ ਰਿਸ਼ਤਾ ਬਣਾ ਕੇ ਗੁਰੂ ਰੂਪ ਹੋ ਕੇ ਗੁਰੂ ਜੋਤ ਨਾਲ ਪ੍ਰਕਾਸ਼ਣ ਦਾ ਸੁਭਾਗ ਪ੍ਰਾਪਤ ਹੋ ਗਿਆ ਭਾਈ ਲਹਿਣਾ ਜੀ ਨੂੰ। ਮਹਾਰਾਜ ਕਹਿੰਦੇ ਤੁਹਾਡੇ ਸਾਰਿਆਂ ਦੇ ਜੀਵਨ ਦੇ ਵਿੱਚ ਇਹ ਸੰਭਾਵਨਾਵਾਂ ਨੇ। ਭਾਈ ਲਹਿਣਾ ਜੀ ਵਾਂਗ ਸਿੱਖ ਬਣਨਾ, ਭਾਈ ਜੇਠਾ ਜੀ ਵਾਂਗ ਸਿੱਖ ਬਣਨਾ ਸਿੱਖਣਾ ਪੈਣਾ ਹੈ। ਉਸ ਤੋਂ ਘੱਟ ਨਾਲ ਨਹੀਂ ਸਰਦਾ। ਮਹਾਰਾਜ ਕਹਿੰਦੇ ਜੇ ਆ ਗਈ ਜਾਚ ਇੱਦਾਂ ਗੁਰੂ ਨੂੰ ਸੁਣਨ ਦੀ, ਭਾਈ ਜੇਠਾ ਜੀ ਨੇ ਇਹੀ ਸੁਣ ਲਿਆ ਨਾ,
ਪਤਾ ਲੱਗ ਗਿਆ, ਰਮਜ਼ ਸਮਝ ਆ ਗਈ ਕਿ ਮੇਰੇ ਗੁਰੂ ਨੂੰ ਥੜਾ ਨਹੀਂ ਚਾਹੀਦਾ, ਮੇਰਾ ਸਮਰਪਣ ਚਾਹੀਦਾ ਹੈ, ਮੇਰੇ ਅੰਦਰ ਦੀ ਸੇਵਾ ਭਾਵਨਾ, ਸਮਰਪਣ ਭਾਵਨਾ ਚਾਹੀਦੀ ਹੈ। ਉਹ ਰਮਜ਼ ਨੂੰ ਸਮਝ ਲਿਆ। ਇਸ ਕਰਕੇ ਹੁਕਮੀ ਬੰਦਾ ਬਣ ਕੇ ਸਮਰਪਿਤ ਕਰਤਾ, ਮਹਾਰਾਜ ਮੇਰੇ ਕੋਲ ਨਹੀਂ ਸਮਝ, ਆਪਣੀ ਸਮਝ ਨਾਲ ਕਰਵਾ ਲਓਗੇ ਤੇ ਹੋ ਸਕਦਾ, ਨਹੀਂ ਤੇ ਨਹੀਂ ਹੋ ਸਕਦਾ। ਮਹਾਰਾਜ ਮੈਂ ਆਪਣੀ ਸਮਝ ਨਾਲ ਠੋਕਰਾਂ ਖਾ ਕੇ ਦੁਖੀ ਬੇਚੈਨ ਹੋਇਆ, ਤੁਹਾਡੇ ਕੋਲ ਚੱਲ ਕੇ ਆਇਆ। ਜੇ ਮੇਰੀ ਸਮਝ ਕੰਮ ਕਰਦੀ ਹੁੰਦੀ ਤੁਹਾਡੇ ਕੋਲ ਆਉਣ ਦੀ ਲੋੜ ਕੀ ਸੀ? ਆ ਗਿਆ। ਤੇ ਹੁਣ ਪਾਤਸ਼ਾਹ ਇਹ ਮੇਰੀ ਬੇਨਤੀ ਹੈ ਕਿ ਮੈਨੂੰ ਮੇਰੀ ਸਮਝ ਦੇ ਅਭਿਮਾਨ ਤੋਂ ਖਹਿੜਾ ਛੁਡਵਾ ਦਿਓ, ਆਪਣੀ ਸਮਝ ਤੇ ਆਪਣੀ ਗੁਰੂ ਦੀ ਮੱਤ ਤੇ ਮਾਣ ਕਰਨਾ ਸਿਖਾ ਦਿਓ, ਭਰੋਸਾ ਕਰਨਾ ਸਿਖਾ ਦਿਓ। ਤੁਹਾਡੀ ਮੱਤ ਦੇ ਉੱਤੇ ਭਰੋਸਾ ਕਰਕੇ ਮੈਨੂੰ ਡਾਵਾਂਡੋਲ ਹੋ ਕੇ ਭਟਕਣਾ ਨਾ ਪਵੇ, ਕਦੀ ਕਿਸੇ ਮੜੀ ਮਸਾਣ 'ਤੇ, ਕਦੀ ਕਿਸੇ ਬੰਦੇ ਦਾ ਬੰਦਾ ਬਣਨ ਦੀ, ਕਦੀ ਕਿਸੇ ਦੇ ਡੇਰਿਆਂ 'ਤੇ ਜਾ ਕੇ ਮੱਥੇ ਰਗੜਨ ਦੀ ਲੋੜ ਨਾ ਪਵੇ ਮੈਨੂੰ। ਵਿਆਹ ਦਰ ਨਾਹੀਂ ਕਹਿ ਦਰ ਜਾਉ, ਹੋਰ ਕੋਈ ਦੂਜਾ ਦਰ ਬਰਕਤਾਂ ਭਰਿਆ ਮੇਰੇ ਲਈ ਹੈ ਨਹੀਂ ਸੱਚੇ ਪਾਤਸ਼ਾਹ ਤੁਹਾਡੇ ਦਰ ਤੋਂ ਇਲਾਵਾ। ਇਹ ਭਰੋਸਾ, ਇਹ ਸਮਰਪਣ, ਇਹ ਚੇਤਾ ਮਹਾਰਾਜ ਕਹਿੰਦੇ ਲਗਾਤਾਰ ਜਦੋਂ ਤੁਹਾਡੇ ਅੰਦਰ ਬਣਿਆ ਰਹੇਗਾ, ਦ੍ਰਿੜ ਭਰੋਸਾ, ਤਾਂ ਉਸ ਵੇਲੇ ਤੁਸੀਂ ਜਪਜੀ ਜਦੋਂ ਪੜ੍ਹੋਗੇ, ਉਹ ਜਪਜੀ ਤੁਹਾਨੂੰ ਰਸ ਦੇਵੇਗਾ। ਉਸ ਜਪਜੀ ਦੇ ਰਾਹੀਂ ਗੁਰੂ ਨਾਲ ਗੱਲਾਂ ਕਰਨ ਦੀ ਜਾਚ ਆਵੇਗੀ, ਔਰ ਉਹਦੇ ਵਿੱਚੋਂ ਜੋ ਨਤੀਜੇ ਮਿਲਣਗੇ, ਸਾਹਿਬ ਜੀ ਜ਼ਿਕਰ ਕਰਦੇ, ਸੁਣਿਆ ਸਰਾਂ ਗੁਣਾ ਕੇ ਗਾ। ਸੁਣਨ ਨਾਲ, ਸੁਰਤੀ ਦੀ ਇਕਾਗਰਤਾ ਨਾਲ, ਸੁਰਤੀ ਦੇ ਪਿਆਰ ਨਾਲ, ਮਨ ਦੇ ਟਿਕਾਓ ਨਾਲ, ਅੰਦਰ ਦੀ ਸਾਵਧਾਨਤਾ, ਸੁਚੇਤਤਾ ਨਾਲ, ਜੇ ਗੁਰੂ ਦੇ ਮੁਖ ਤੋਂ ਨਿਕਲੇ ਹੋਏ ਗੁਰਬਾਣੀ ਰੂਪ ਬਚਨਾਂ ਨੂੰ ਸੁਣਦਿਆਂ ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰਨੀ ਆ ਗਈ, ਤਾਂ ਮਹਾਰਾਜ ਜੀ ਕਹਿੰਦੇ ਜਿੰਨੇ ਵੀ ਦੁਨੀਆ ਦੇ ਗੁਣ ਨੇ, ਗੁਣਾਂ ਦਾ ਸਮੁੰਦਰ ਹੈ, ਉਹ ਕਰਤਾ ਪੁਰਖ ਵਾਹਿਗੁਰੂ ਜੀ, ਉਹਦੀ ਗਾਹ, ਉਹਦੀ ਜਾਣ ਪਛਾਣ, ਉਹਦੀ ਸੋਝੀ, ਉਹਦੇ ਨਾਲ ਸਾਂਝ ਪਾਉਣ ਦੇ ਸਮਰੱਥ ਹੋ ਜਾਓਗੇ। ਗਾਹ ਦਾ ਮਤਲਬ ਹੁੰਦਾ ਸੋਝੀ, ਜਾਣਕਾਰੀ। ਸਰਾਂ ਦਾ ਮਤਲਬ ਸਰ, ਸਰੋਵਰ, ਸਮੁੰਦਰ। ਉਹ ਗੁਣਾਂ ਦਾ ਸਮੁੰਦਰ ਹੈ। ਕਰਤਾ ਪੁਰਖ ਵਾਹਿਗੁਰੂ ਜੀ ਗੁਣਾਂ ਦਾ ਸਮੁੰਦਰ ਨੇ, ਅਨੰਤ ਅਨੰਤ ਗੁਣ ਨੇ ਵਾਹਿਗੁਰੂ ਜੀ ਦੇ। ਕੋਈ ਵੀ ਗੁਣ ਗਾਉਣਾ ਸ਼ੁਰੂ ਕਰ ਦਿਓਗੇ, ਜਿਵੇਂ ਜਿਵੇਂ ਗੁਣ ਗਾਓਗੇ ਧਿਆਨ ਨਾਲ, ਉਹ ਵਾਹਿਗੁਰੂ ਜੀ ਚੰਗੇ ਲੱਗਣਗੇ। ਵਾਹਿਗੁਰੂ ਜੀ ਦੇ ਚੰਗੇ ਲੱਗਣ ਨਾਲ ਲਗਾਓ ਪੈਦਾ ਹੋਏਗਾ, ਖਿੱਚ ਪੈਦਾ ਹੋਏਗੀ, ਅਤੇ ਉਹ ਖਿੱਚ ਵਾਹਿਗੁਰੂ ਜੀ ਨਾਲ ਮਿਲਣ ਦੀ ਪਿਆਸ ਜਗਾਏਗੀ। ਪਿਆਰ ਦਾ ਅੰਦਰੂਨੀ ਰਿਸ਼ਤਾ ਜਿਹੜਾ ਗੁਰੂ ਦੇ ਸ਼ਬਦ ਰਾਹੀਂ ਜਦੋਂ ਬਣੇਗਾ, ਤਾਂ ਮਹਾਰਾਜ ਜੀ ਕਹਿੰਦੇ ਸੁਣਿਆ ਸ਼ੇਖ ਪੀਰ ਪਾਤਸ਼ਾਹ। ਸ਼ੇਖ ਦਾ ਮਤਲਬ ਹੁੰਦਾ ਹੈ ਧਾਰਮਿਕ ਪੱਖੋਂ ਜਿਹੜਾ ਬਹੁਤ ਵਿਦਵਾਨ, ਗੁਣੀ ਜਨ, ਵਿਚਾਰਵਾਨ, ਇਸਲਾਮਿਕ ਸ਼ਬਦ ਹੈ ਇਹ। ਪੀਰ ਦੂਜਿਆਂ ਨੂੰ ਅਗਵਾਈ ਦੇਣ ਵਾਲਾ, ਅਧਿਆਤਮਿਕ ਗਿਆਨ ਦੇਣ ਵਾਲਾ ਪੀਰ ਆਖਦੇ ਆ, ਜਿਨ੍ਹਾਂ ਦੇ ਕੋਲੋਂ ਆ ਕੇ ਮੁਰੀਦ ਬਣ ਕੇ ਲੋਕ ਆਪਣੇ ਜੀਵਨ ਨੂੰ ਅੱਲਾ ਦੀ ਰਹਿਮਤ ਦਾ, ਵਾਹਿਗੁਰੂ ਜੀ ਦੀ ਬਖਸ਼ਿਸ਼ ਦਾ ਪਾਤਰ ਬਣਾਉਣ ਦੀ ਸੋਝੀ ਪ੍ਰਾਪਤ ਕਰਦੇ। ਪਾਤਸ਼ਾਹ ਦੁਨੀਆ ਦੇ ਬਾਦਸ਼ਾਹ। ਮਹਾਰਾਜ ਕਹਿੰਦੇ ਜਿਹੜੀ ਆਨੰਦ ਸੰਤੁਸ਼ਟੀ ਦੀ ਭਾਲ ਦੁਨੀਆ ਦੇ ਬਾਦਸ਼ਾਹ ਕਰਦੇ ਆ, ਪੀਰ ਪੈਗੰਬਰ ਕਰਦੇ ਆ, ਵਿਦਵਾਨ ਕਰਦੇ ਆ, ਉਹ ਜਪ ਜੀ ਦੇ ਰਾਹੀਂ ਵਾਹਿਗੁਰੂ ਜੀ ਦਾ ਗੁਣਗਾਨ ਸੁਣਨ ਦੇ ਨਾਲ, ਸੁਰਤੀ ਦੀ ਇਕਾਗਰਤਾ ਨਾਲ ਸੁਣਨ ਨਾਲ, ਉਹ ਆਨੰਦਮਈ ਅਵਸਥਾ ਸ਼ੇਖਾਂ ਪੀਰਾਂ ਪਾਤਸ਼ਾਹਾਂ ਵਾਲੀ ਗੁਰੂ ਦਰ 'ਤੇ ਆਉਣ ਵਾਲਿਓ ਪ੍ਰਾਪਤ ਹੋ ਜਾਂਦੀ ਹੈ। ਸੁਣਿਆ ਅੰਧੇ ਪਾਵੇਂ ਰਾਹ, ਅੰਨਿਆਂ ਨੂੰ ਵੀ ਰਾਹ ਦੀ ਪ੍ਰਾਪਤੀ ਹੋ ਜਾਂਦੀ ਹੈ। ਹੁਣ ਫਿਰ ਇਹੀ ਮੈਂ ਬੇਨਤੀ ਕਰਾਂ, ਇਹ ਸਰੀਰਕ ਗੱਲ ਨਹੀਂ ਕਰ ਰਹੇ ਮਹਾਰਾਜ। ਸਰੀਰਕ ਤੌਰ 'ਤੇ ਨੇਤਰਹੀਣ ਕੋਈ ਹੋਵੇ, 3600 ਤਰੀਕਿਆਂ ਨਾਲ ਉਹਨੇ ਜਿੱਥੇ ਜਾਣਾ ਉਹ ਪਹੁੰਚਣ ਵਾਸਤੇ ਕੋਈ ਸਾਧਨ ਅਪਣਾ ਸਕਦਾ ਹੈ, ਕੋਈ ਸਹਾਰਾ ਲੈ ਸਕਦਾ ਹੈ। ਡੰਗੋਰੀ ਕੋਈ ਬੰਦਾ ਕੋਈ ਹੋਰ ਸਾਧਨ ਵਰਤ ਕੇ ਆਪਣੇ ਟਿਕਾਣੇ 'ਤੇ ਪਹੁੰਚ ਸਕਦਾ ਹੈ, ਆਪਣੀਆਂ ਲੋੜਾਂ ਪੂਰੀਆਂ ਕਰ ਸਕਦਾ ਹੈ। ਪਰ ਜਿਸ ਅੰਧੇਪਣ ਦੀ ਗੱਲ ਗੁਰੂਦੇਵ ਕਰਦੇ ਹੈ, ਉਹ ਅੰਧਾਪਣ ਹੈ ਸਾਨੂੰ ਜੀਵਨ ਦੇ ਆਨੰਦ ਰੂਪੀ ਮੰਜ਼ਿਲ ਟਿਕਾਣੇ 'ਤੇ ਪਹੁੰਚਣ ਦੀ।
ਬਹੁਤ ਕੁਛ ਅਸੀਂ ਦੁਨੀਆ ਵਿੱਚ ਪ੍ਰਾਪਤ ਕਰ ਲੈਂਦੇ ਹਾਂ, ਪਰ ਉਹਨਾਂ ਦੁਨਿਆਵੀ ਪ੍ਰਾਪਤੀਆਂ ਤੋਂ ਬਾਅਦ ਆਨੰਦ ਨਹੀਂ ਪ੍ਰਾਪਤ ਹੁੰਦਾ। ਜਿਸ ਆਨੰਦ ਪ੍ਰਾਪਤੀ ਵਾਸਤੇ, ਜਿਸ ਸਹਿਜ ਟਿਕਾਊ ਅਡੋਲਤਾ ਵਾਸਤੇ, ਜਿਸ ਮਸਤੀ ਬੇਪਰਵਾਹੀ ਵਾਸਤੇ ਅਸੀਂ ਇਹ ਕੀਤਾ ਸਾਰਾ ਕੁਝ, ਉਹੀ ਨਹੀਂ ਪ੍ਰਾਪਤ ਹੁੰਦਾ, ਕਿਉਂਕਿ ਸਾਡੇ ਕੋਲ ਉਹ ਰੂਹਾਨੀ ਦੈਵੀ ਗਿਆਨ ਦੀਆਂ ਅੱਖਾਂ ਨਹੀਂ ਹੈਗੀਆਂ। ਇਹ ਅਗਿਆਨਤਾ ਦੇ ਅੰਨ੍ਹੇਪਣ ਦਾ ਜ਼ਿਕਰ ਮਹਾਰਾਜ ਕਰ ਰਹੇ ਹੈ। ਅਤੇ ਦਾਤਾਰ ਜੀ ਕਹਿੰਦੇ, ਜਦੋਂ ਤੁਸੀਂ ਗੁਰੂ ਕੋਲ ਆ ਕੇ ਗੁਰੂ ਦੇ ਪਿਆਰਿਆਂ ਨਾਲ ਮਿਲ ਬੈਠ ਕੇ ਗੁਰੂ ਦੇ ਉਪਦੇਸ਼ ਨੂੰ ਧਿਆਨ ਨਾਲ, ਸੁਰਤੀ ਦੇ ਪਿਆਰ ਨਾਲ ਸੁਣਦੇ ਹੋ, ਤੁਹਾਨੂੰ ਗਿਆਨ ਦੇ ਨੇਤਰ ਮਿਲ ਜਾਂਦੇ ਹੈ। ਉਹ ਨੇਤਰ, ਉਹ ਅੱਖਾਂ ਜਿਹੜੀਆਂ ਤੁਹਾਨੂੰ ਜੀਵਨ ਮਕਸਦ ਦੇ ਵੀ ਦਰਸ਼ਨ ਕਰਾਉਂਦੀਆਂ ਨੇ। ਜੀਵਨ ਮਕਸਦ ਦੀ ਪ੍ਰਾਪਤੀ, ਇਸ ਸੰਸਾਰ ਦੀ ਕਿਰਤਕਾਰ ਕਰਦੇ ਹਾਂ, ਦੁਨਿਆਵੀ ਰਿਸ਼ਤੇ ਬਣਾਉਂਦੇ ਹਾਂ, ਇਸ ਸੰਸਾਰ ਨੂੰ ਕਿਵੇਂ ਦੇਖਣਾ ਹੈ, ਆਪਣੇ ਆਪ ਨੂੰ ਕਿਵੇਂ ਦੇਖਣਾ ਹੈ, ਇਸ ਸੰਸਾਰ ਦੇ ਦਿਸਦੇ ਪਸਾਰੇ ਵਿੱਚੋਂ ਨਿਰੰਕਾਰ ਨੂੰ ਕਿਵੇਂ ਦੇਖਣਾ ਹੈ, ਉਹ ਨੇਤਰ ਗਿਆਨ ਦੇ ਮਿਲ ਜਾਂਦੇ ਨੇ। ਅਤੇ ਉਹਨਾਂ ਨੇਤਰਾਂ ਨਾਲ ਹੀ ਗਿਆਨ ਦੇ ਮਾਰਗ 'ਤੇ ਚੱਲਦਿਆਂ ਚੱਲਦਿਆਂ, ਸਿੱਖੀ ਦੇ ਮਾਰਗ 'ਤੇ ਚੱਲਦਿਆਂ ਚੱਲਦਿਆਂ ਪਾਤਸ਼ਾਹ ਜੀ ਕਹਿੰਦੇ ਉੱਥੇ ਪਹੁੰਚ ਜਾਂਦੇ ਆ ਜਿੱਥੇ ਬੇਗਮਪੁਰਾ ਹੁੰਦਾ ਹੈ, ਜਿੱਥੇ ਆਨੰਦ ਦੀ ਪੁਰੀ ਹੁੰਦੀ ਹੈ, ਜਿੱਥੇ ਆਨੰਦ ਹੀ ਆਨੰਦ ਹੈ। ਬੇਗਮਪੁਰਾ ਸ਼ਹਿਰ ਕੋ ਨਾਉ, ਦੁੱਖ ਅੰਦੋਹ ਨਹੀਂ ਤਹਿ ਠਾਉ। ਆਹੀ ਚਾਹੁੰਦੇ ਹਾਂ ਨਾ ਅਸੀਂ, ਕਿ ਦੁੱਖ ਨਾ ਹੋਵੇ, ਅੰਦੇਸੇ ਨਾ ਹੋਣ, ਸੰਸੇ ਝੋਰੇ ਨਾ ਹੋਣ, ਗਮ ਤੋਂ ਰਹਿਤ ਜ਼ਿੰਦਗੀ ਦੇ ਪਲ ਸਾਡੇ ਗੁਜ਼ਰਨ। ਮਹਾਰਾਜ ਕਹਿੰਦੇ ਉਸ ਅਵਸਥਾ ਦਾ ਗਿਆਨ ਵੀ ਹੋ ਜਾਂਦਾ ਹੈ, ਅਤੇ ਉਸ ਅਵਸਥਾ ਦੀ ਪ੍ਰਾਪਤੀ ਦਾ ਚਾਅ ਵੀ ਤੁਹਾਡੇ ਅੰਦਰ ਪੈਦਾ ਹੋ ਜਾਂਦਾ। ਉਸ ਰਸਤੇ ਦੀ ਕਮਾਈ, ਉਸ ਰਸਤੇ 'ਤੇ ਚੱਲਣ ਦਾ ਉਮਾ ਉਤਸ਼ਾਹ ਸਮਰੱਥਾ ਵੀ ਮਿਲ ਜਾਂਦੀ ਹੈ। ਸੁਣਿਆ ਹਾਥ ਹੋਵੇ ਅਸਗਾਹ। ਅਸਗਾਹ ਦਾ ਮਤਲਬ ਹੁੰਦਾ ਹੈ ਗਹਿਰਾਈ, ਡੂੰਘਾਈ। ਸਮੁੰਦਰ ਹੈ, ਉਸ ਦੀ ਵਿਸ਼ਾਲਤਾ, ਉਸ ਦੀ ਡੂੰਘਾਈ ਆਮ ਹਾਲਤਾਂ ਦੇ ਵਿੱਚ ਪਤਾ ਨਹੀਂ ਲੱਗਦੀ। ਬਹੁਤ ਯਤਨ ਕੀਤਿਆਂ, ਬੜੇ ਖਾਸ ਯੰਤਰਾਂ ਨਾਲ ਸਮੁੰਦਰ ਦੀ ਕੋਈ ਗਹਿਰਾਈ ਨਾਪ ਸਕਦਾ ਹੈ, ਨਾਪ ਸਕਦਾ ਹੈ, ਕੋਈ ਸੰਭਾਵਨਾ ਹੈਗੀ ਹੈ। ਆਮ ਹਾਲਤਾਂ ਵਿੱਚ ਸਮੁੰਦਰ ਦੀ ਗਹਿਰਾਈ ਦਾ ਪਤਾ ਸਾਨੂੰ ਨਹੀਂ ਲੱਗਦਾ, ਪਰ ਮਹਾਰਾਜ ਕਹਿੰਦੇ ਜਿਸ ਸਮੁੰਦਰ ਦੀ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਨਾ, ਉਹ ਅਨੰਤ ਗੁਣਾਂ ਦਾ, ਅਨੰਤ ਸਿਫਤਾਂ ਦਾ ਸਮੁੰਦਰ। ਵਾਹਿਗੁਰੂ ਜੀ ਉਹਦੇ ਗੁਣਾਂ ਦੀ ਥਾਹ ਪੈ ਜਾਂਦੀ ਹੈ। ਉਹ ਅਨੰਤ ਗੁਣਾਂ ਦਾ ਮਾਲਕ ਹੈ। ਫਿਰ ਉਹ ਅਨੰਤ ਗੁਣ ਜਦੋਂ ਤੁਹਾਡੇ ਸਾਹਮਣੇ ਗੁਰੂ ਦੇ ਬਚਨਾਂ ਰਾਹੀਂ ਪ੍ਰਗਟ ਹੁੰਦੇ ਆ ਨਾ, ਅਤੇ ਫਿਰ ਮਹਾਰਾਜ ਕਹਿੰਦੇ ਤੇਰੇ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਦਾਨਾ। ਕਿਹੜੇ ਕਿਹੜੇ ਗੁਣ ਗਾਵਾਂ ਪਾਤਸ਼ਾਹ? ਤੇਰਾ ਇਹ ਵੀ ਗੁਣ ਮੈਨੂੰ ਬਹੁਤ ਚੰਗਾ ਲੱਗਿਆ, ਤੇਰਾ ਇਹ ਗੁਣ, ਇਹ ਤੇਰੀ ਸਿਫਤ ਜਿਹੜੀ ਮੈਨੂੰ ਮੇਰੇ ਸਤਿਗੁਰੂ ਜੀ ਨੇ ਦੱਸੀ, ਕਿਆ ਬਾਤ ਹੈ, ਕਿਆ ਵਿਸਮਾਦੀ ਖੇਡ ਹੈ ਤੁਹਾਡੀ ਪਾਤਸ਼ਾਹ। ਇਸ ਤਰ੍ਹਾਂ ਦਾ ਗੁਣ ਤੁਹਾਡਾ, ਤੁਸੀਂ ਇਸ ਤਰ੍ਹਾਂ ਦੇ ਦਾਤੇ ਹੋ, ਤੁਸੀਂ ਇਸ ਤਰ੍ਹਾਂ ਦੇ ਪ੍ਰਤਪਾਲਕ ਹੋ, ਤੁਸੀਂ ਇਸ ਤਰ੍ਹਾਂ ਦੇ ਅੰਤਰਯਾਮੀ ਹੋ, ਇੱਦਾਂ ਅੰਦਰ ਦੀਆਂ ਬੁੱਝ ਜਾਂਦੇ ਹੋ ਤੁਸੀਂ। ਮੈਂ ਤਾਂ ਬੇਨਤੀ ਹੋਈ ਕੀਤੀ ਸੀ, ਤੁਸੀਂ ਤਾਂ ਝੱਟ ਪੂਰੀ ਕਰ ਲਈ ਸੁਣ ਕੇ। ਇਹ ਅਨੰਤ ਗੁਣਾਂ ਦੀ ਵਿਸ਼ਾਲਤਾ, ਇਹ ਗੁਰੂ ਦੇ ਬਚਨ ਜਦੋਂ ਧਿਆਨ ਨਾਲ ਸੁਣੇ ਜਾਂਦੇ ਨੇ, ਅੰਦਰ ਦੀ ਇਕਾਗਰਤਾ ਪਿਆਰ ਨਾਲ ਸੁਣੇ ਜਾਂਦੇ ਹੈ, ਤਾਂ ਮਹਾਰਾਜ ਕਹਿੰਦੇ ਫਿਰ ਇਹਨਾਂ ਅਨੰਤ ਗੁਣਾਂ ਦੀ ਸੋਝੀ ਤੁਹਾਨੂੰ ਹੁੰਦੀ ਹੈ। ਅਤੇ ਉਹ ਸੋਝੀ ਕੇਵਲ ਗੱਲਾਂ ਨਾਲ ਨਹੀਂ, ਇਹ ਫਿਰ ਸੁਰਤੀ ਦੇ ਅੰਦਰ ਜਾ ਕੇ, ਤੁਹਾਡੇ ਮਨ 'ਤੇ ਜਾ ਕੇ ਐਸੀ ਖੇਡ ਵਰਤਾਉਂਦੀ ਹੈ, ਐਸਾ ਕੌਤਕ ਵਰਤਾਉਂਦੀ ਹੈ ਵੀ ਤੁਹਾਨੂੰ ਉਹਨਾਂ ਗੁਣਾਂ ਦੇ ਗਾਇਨ ਤੋਂ ਬਿਨਾਂ, ਉਹਨਾਂ ਗੁਣਾਂ ਨੂੰ ਵਿਚਾਰਨ ਤੋਂ ਬਿਨਾਂ ਹੋਰ ਕੁਝ ਸੁਝਦਾ ਹੀ ਨਹੀਂ ਹੈ। ਦੁਨੀਆ ਦੀ ਨਿੰਦਿਆ ਉਸਤਤ, ਦੁਨੀਆ ਦੀ ਦੁਨੀਆਦਾਰੀ ਵਾਲੀ ਚਰਚਾ, ਉਹ ਪਿੱਛੇ ਰਹਿ ਜਾਂਦੀ ਹੈ। ਹੁਣ ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਮੇਰੀ ਅਵਸਥਾ ਤਾਂ ਇਹ ਹੋ ਗਈ ਹੈ ਪਾਤਸ਼ਾਹ, ਜੇ ਮੈਂ ਦੁਨੀਆ ਦੇ ਵਿੱਚ ਵਿਚਰਦਾ, ਦੁਨੀਆ ਦੇ ਵਾਂਗ ਰੌਲੇ ਗੌਲੇ ਦੇ ਵਿੱਚ ਸ਼ਾਮਲ ਹੋਣਾ ਪਾਤਸ਼ਾਹ, ਫਿਰ ਤੁਹਾਡੀ ਉਸਤਤ, ਤੁਹਾਡਾ ਗੁਣਗਾਨ, ਤੁਹਾਡੀਆਂ ਸਿਫਤਾਂ ਦੀ ਯਾਦ ਮੈਨੂੰ ਭੁੱਲਦੀ ਹੈ, ਅਤੇ ਮੈਂ ਬੜਾ ਦੁਖੀ ਹੁੰਦਾ। ਫਿਰ ਮੈਂ ਬਹੁਤ ਵਿਚਲਿਤ ਹੋਣਾ ਜਦੋਂ ਤੁਹਾਡੀ ਗੁਣਾਂ ਦੀ ਯਾਦ ਮੈਨੂੰ ਭੁੱਲਦੀ ਹੈ। ਅਤੇ ਜਦੋਂ ਤੁਹਾਡੇ ਗੁਣਾਂ ਨਾਲ ਜੁੜਦਾ, ਇਹ ਤੋਂ ਬਗੈਰ ਮੇਰਾ ਸਰਦਾ ਨਹੀਂ, ਹਰ ਬਿਨ ਜੀਓ ਜਲ ਬਲ ਜਾਓ, ਫਿਰ ਮੈਨੂੰ ਦੁਨੀਆ ਦੀ ਚਰਚਾ ਭੁੱਲ ਜਾਂਦੀ ਹੈ। ਅਤੇ ਜਦੋਂ ਮੈਂ ਦੁਨੀਆ ਵਾਂਗ ਨਹੀਂ ਬੋਲਦਾ, ਦੁਨੀਆ ਵਾਂਗ ਨਹੀਂ ਵਿਚਰਦਾ, ਦੁਨੀਆ ਮੈਨੂੰ ਮੂਰਖ ਆਖਦੀ ਹੈ। ਭੂਤਨਾ ਬੇਤਾਲਾ ਕੁਰਾਹੀਆ ਆਖਦੀ ਹੈ। ਹੁਣ ਫੈਸਲਾ ਤੁਸੀਂ ਕਰੋ, ਮੈਂ ਕਿੱਥੇ ਗਲਤ ਹਾਂ, ਮੈਨੂੰ ਕਿੱਥੇ ਖੜਨਾ ਚਾਹੀਦਾ। ਅਤੇ ਦਾਤਾਰ ਪਾਤਸ਼ਾਹ ਬਚਨ ਕਰਦੇ ਹੈ, ਮਸ਼ਟ ਕਰੋ ਮੂਰਖ ਜਗ ਕਹੀਆ,
ਸੱਚੇ ਪਾਤਸ਼ਾਹ ਜੀ, ਮੈਂ ਦੁਨੀਆ ਵਾਂਗ ਨਹੀਂ ਬੋਲਦਾ। ਦੁਨੀਆ ਦੀ ਨਿੰਦਿਆ ਉਸਤਤ ਤੇ ਦੁਨੀਆਦਾਰੀ ਦੀਆਂ ਫਜ਼ੂਲ ਦੀਆਂ ਗੱਲਾਂ ਦੇ ਵਿੱਚ ਖੱਚੇ ਤੇ ਨਹੀਂ ਹੁੰਦਾ। ਮੈਨੂੰ ਦੁਨੀਆ ਮੂਰਖ ਆਖਦੀ ਹੈ ਕਿ ਸਾਡੇ ਵਾਂਗ ਨਹੀਂ ਵਿਚਰਦਾ, ਇਹ ਸਾਡੇ ਵਾਂਗ ਰਿਸ਼ਤੇਦਾਰੀਆਂ ਨਹੀਂ ਨਿਭਾਉਂਦਾ, ਸਾਡੇ ਵਾਂਗ ਸਾਂਝਾ ਨਹੀਂ ਨਿਭਾਉਂਦਾ। ਇਹ ਆਪਣੇ ਆਪ ਨੂੰ ਵੱਡਾ ਧਰਮੀ ਸਮਝਦਾ, ਵੱਡਾ ਗਿਆਨੀ ਸਮਝਦਾ। ਦੁਨੀਆ ਮੂਰਖ ਆਖਦੀ, ਦੁਨੀਆ ਮਜ਼ਾਕਾਂ ਕਰਦੀ ਹੈ, ਮਖੌਲ ਕਰਦੀ ਹੈ। ਪਰ ਪਾਤਸ਼ਾਹ, ਜਦੋਂ ਤੁਹਾਡੇ ਨਾਮ ਦਾ, ਤੁਹਾਡੀਆਂ ਸਿਫਤਾਂ ਦਾ ਰਸ ਆਉਂਦਾ ਹੈ ਨਾ, ਫਿਰ ਮੈਂ ਇਹ ਨਹੀਂ ਛੱਡਣਾ ਚਾਹੁੰਦਾ। ਜੇ ਦੁਨੀਆ ਵਿੱਚ ਖੱਚਤ ਹੋਣਾ, ਫਿਰ ਇਹ ਰਸ ਗੁਆਚਦਾ ਹੈ ਮੇਰਾ। ਮਹਾਰਾਜ ਕਹਿੰਦੇ ਇਹ ਭੇਦ ਮੈਂ ਸਮਝਾਉਣਾ ਚਾਹੁੰਦਾ। ਮੈਂ ਬਾਰ-ਬਾਰ ਇਹ ਬੇਨਤੀ ਕਰਦਾ, ਕਿੱਥੇ ਬੈਠੇ ਹਾਂ ਅਸੀਂ, ਕੀ ਕਰ ਰਹੇ ਹਾਂ, ਮਹੱਤਵ ਇਸ ਗੱਲ ਦਾ ਨਹੀਂ। ਵਾਹਿਗੁਰੂ ਜੀ ਦੀ ਯਾਦ ਸਾਨੂੰ ਆਪਣੀ ਕਿਰਤਕਾਰ ਕਰਦੇ ਹਾਂ, ਬਣੀ ਹੋਈ ਕਿ ਨਹੀਂ। ਭਾਵੇਂ ਉਹ ਰਸੋਈ ਦੇ ਵਿੱਚ ਪੱਕ ਰਿਹਾ ਪ੍ਰਸ਼ਾਦਾ ਹੈ, ਉੱਥੇ ਵੀ ਜੇ ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ ਦੀ ਸੁਰਤੀ ਬਿਰਤੀ ਅੰਦਰ ਚੱਲ ਰਹੀ ਹੈ, ਕੋਈ ਸ਼ਬਦ ਅੰਦਰ ਚੱਲ ਰਿਹਾ ਹੈ, ਸਤਿਨਾਮ ਵਾਹਿਗੁਰੂ ਦਾ ਜਾਪ ਚੱਲ ਰਿਹਾ ਹੈ, ਤੇ ਉਹ ਰੋਟੀ ਨਹੀਂ ਰਹਿਣੀ, ਉਹਨੇ ਲੰਗਰ ਹੋ ਜਾਣਾ। ਜਿਵੇਂ ਇੱਥੇ ਉਹੀ ਅੰਨ ਪਾਣੀ ਜਿਹੜਾ ਗੁਰੂ ਘਰ ਦੇ ਵਿੱਚ ਬਣਦਾ ਹੈ, ਤੇ ਇੱਥੇ ਰੋਟੀ ਨਹੀਂ ਹੁੰਦੀ, ਉਹ ਇਹ ਗੁਰੂ ਕਾ ਲੰਗਰ ਹੁੰਦਾ ਹੈ। ਤੇ ਜੇ ਘਰ ਦੇ ਵਿੱਚ ਗੁਰੂ ਦਾ ਬਚਨ ਕੋਈ ਵੀ ਮਤ ਪੁੱਛਿਆ ਕਰੋ, ਭਾਈ ਸਾਹਿਬ ਜੀ ਕੋਈ ਸ਼ਬਦ ਦੱਸੋ, ਬੜੇ ਦੁਖੀ ਹਾਂ, ਬੜੀਆਂ ਰੁਕਾਵਟਾਂ ਨੇ, ਕੋਈ ਸ਼ਬਦ ਦੱਸੋ ਜਿਹਦੇ ਨਾਲ ਗੱਲ ਬਣ ਜਾਵੇ। ਭਾਈ ਸਾਹਿਬ ਦੇ ਕੋਲ ਕੋਈ ਇਹੋ ਜਿਹਾ ਸ਼ਬਦ ਨਹੀਂ ਹੈ। ਭਾਈ ਸਾਹਿਬ ਕੋਲ ਤਾਂ ਉਹ ਡੇਰਿਆਂ ਵਾਲੇ ਜਿਹੜੇ ਇਸ ਤਰ੍ਹਾਂ ਦੇ ਧਾਗੇ ਤਵੀਤ ਬਣਾ ਕੇ ਵਪਾਰ ਕਰਦੇ ਹੈ, ਵਾਹਿਗੁਰੂ ਜੀ ਦੇ ਬਚਨਾਂ ਦਾ ਉਹਦੀ ਗੱਲ ਨਹੀਂ। ਭਾਈ ਸਾਹਿਬ ਕੋਲ ਆ ਕੇ ਪੁੱਛੋਗੇ ਤੇ ਭਾਈ ਸਾਹਿਬ ਨੇ ਕਹਿਣਾ ਕੋਈ ਵੀ ਸ਼ਬਦ, ਸਤਿਗੁਰੂ ਕੀ ਜਿਸਨੂੰ ਮਤ ਆਵੈ ਸੋ ਸਤਿਗੁਰੂ ਮਾਹੇ ਸਮਾਨਾ। ਇਹ ਬਾਣੀ, ਤੇ ਇਹ ਬਾਣੀ ਜਦੋਂ ਕਿਹਾ ਜਾਂਦਾ, ਇਹ ਬਾਣੀ ਜੋ ਜਿਉਂ ਜਾਣਾ, ਜਿਹੜੇ ਰੋਜ਼ ਭਾਈ ਰਣਜੀਤ ਸਿੰਘ ਹੋਰੀ ਸੁਣਾਉਂਦੇ ਹੈ ਮੰਗਲਾ ਚਰਨ, ਇਹ ਬਾਣੀ ਫਿਰ ਇੱਕ ਓਂਕਾਰ ਤੋਂ ਲੈ ਕੇ ਸਾਰਾ ਗੁਰੂ ਗ੍ਰੰਥ ਸਾਹਿਬ, ਕੋਈ ਵੀ ਸ਼ਬਦ ਸਮਰੱਥ ਹੈ ਤੁਹਾਡੇ ਜੀਵਨ ਦੀ ਪੂਰੀ ਮਨੋ ਅਵਸਥਾ ਨੂੰ ਬਦਲਣ ਦੇ, ਤੁਹਾਡੇ ਘਰਾਂ ਦੇ ਵਿੱਚ ਬਣ ਰਹੀ ਰੋਟੀ ਨੂੰ ਲੰਗਰ ਬਣਾਉਣ ਦੇ ਸਮਰੱਥ ਹੈ, ਤੁਹਾਡੇ ਘਰ ਨੂੰ ਧਰਮਸਾਲ ਬਣਾਉਣ ਦੇ ਸਮਰੱਥ ਹੈ। ਮਹਾਰਾਜ ਕਹਿੰਦੇ ਤੁਸੀਂ ਜੁੜ ਕੇ ਤੇ ਦੇਖੋ, ਸੁਣਿਆ ਹਾਥ ਹੋਵੇ ਅਸਗਾ ਵਾਹਿਗੁਰੂ ਜੀ ਦੀ ਅਨੰਤ ਗੁਣਾਂ ਵਾਲੀ ਹਸਤੀ ਦਾ ਤੁਹਾਨੂੰ ਬੋਧ ਹੋ ਜਾਂਦਾ ਹੈ। ਜੇ ਸਤਿਗੁਰੂ ਦੀ ਬਾਣੀ ਨੂੰ, ਸਿਫਤ ਸਲਾਹ ਦੀ ਬਾਣੀ ਨੂੰ ਸੁਣੋਗੇ, ਇਹਦੇ ਵਿੱਚੋਂ ਫਿਰ ਨਤੀਜਾ ਨਿਕਲਦਾ ਹੈ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ਼। ਅੱਜ ਦੀ ਸਾਇੰਸ ਕਹਿੰਦੀ ਹੈ ਦੁਨੀਆ ਵਿਕਾਸ ਕਰ ਰਹੀ ਹੈ, ਸਾਇੰਸ ਨੇ ਬੜਾ ਵਿਕਾਸ ਕੀਤਾ ਹੈ ਜੀ, ਬੜੀ ਤਰੱਕੀ ਕੀਤੀ ਹੈ। ਮੈਂ ਬੇਨਤੀ ਕਰਾਂ, ਪਾਤਸ਼ਾਹ ਕੀ ਕਹਿੰਦੇ ਹੈ, ਜ਼ਿੰਦਗੀ ਤੇ ਹੈ ਹੀ ਤਬਦੀਲੀ ਦੀ ਸੂਚਕ ਹੈ, ਰੋਜ਼ ਨਿਤ ਨਵੀਆਂ ਤਬਦੀਲੀਆਂ ਆਉਂਦੀਆਂ, ਪਰ ਵਿਚਾਰਨ ਵਾਲੀ ਗੱਲ ਹੈ, ਜਿਸ ਨੂੰ ਤੁਸੀਂ ਵਿਕਾਸ ਕਹਿੰਦੇ ਹੋ, ਉਹ ਤੁਹਾਨੂੰ ਵਿਨਾਸ਼ ਵਾਲੇ ਨਤੀਜੇ ਦੇ ਰਹੀ ਹੈ ਕਿ ਵਿਕਾਸ ਵਾਲੇ ਨਤੀਜੇ ਦੇ ਰਹੀ ਹੈ। ਦੋ ਲਫ਼ਜ਼ ਨੇ, ਸਮਾਪਤੀ ਕਰੀਏ। ਇੱਕ ਹੈ ਵਿਨਾਸ਼, ਇੱਕ ਹੈ ਵਿਕਾਸ। ਅੱਜ ਜੋ ਕੁਛ ਵਿਕਾਸ ਹੋਇਆ ਉਹ ਦੇਖ ਰਹੇ ਹਾਂ, ਯੂਕਰੇਨ ਦੇ ਵਿੱਚ ਕੀ ਹੋਇਆ, ਇਹ ਵਿਗਿਆਨ ਦੀਆਂ ਹੀ ਕਾਢਾਂ ਨੇ ਨਾ। ਡਾਇਨਾਮਾਈਟ ਦੀ ਕਾਢ, ਬਾਰੂਦ ਦੀ ਕਾਢ ਕੱਢੀ ਨੋਬੇਲ ਨੇ, ਐਲਫਰਡ ਨੋਬੇਲ ਵਿਗਿਆਨੀ ਨੇ। 150 ਵਾਹਿਗੁਰੂ 350 ਕਾਢਾਂ ਉਸ ਨੇ ਕੱਢੀਆਂ ਔਰ ਪੇਟੈਂਟ ਕਰਵਾਈਆਂ ਉਸਨੇ ਆਪਣੇ ਨਾਮ ਤੇ। ਬਹੁਤ ਅਮੀਰ ਬਣਿਆ, ਰੱਜ ਕੇ ਉਸਦੇ ਕੋਲ ਪੈਸਾ ਆਇਆ। ਜਿੱਦਣ ਬਾਰੂਦ ਦੀ ਖੋਜ ਕੀਤੀ, ਹੈਰਾਨ ਹੋ ਗਿਆ, ਇੰਨੀ ਕਮਾਲ ਦੀ ਤਾਕਤਵਰ ਚੀਜ਼ ਜਿਹੜੀ ਹੈ ਉਹ ਖੋਜੀ ਗਈ, ਸਾਹਮਣੇ ਆ ਗਈ। ਪਰ ਨਾਲ ਦੀ ਨਾਲ ਹੀ ਉਸ ਦੇ ਅੰਦਰ ਇੱਕ ਭੈ ਆ ਗਿਆ, ਜੇ ਕਿਤੇ ਬੰਦੇ ਦੀ ਬੁੱਧੀ ਨੇ ਇਸ ਬਾਰੂਦ ਦੀ ਕੁਚੱਜੀ ਵਰਤੋਂ ਕਰ ਲਈ, ਵਿਨਾਸ਼ ਹੋ ਜਾਏਗਾ। ਜੇ ਤੇ ਸੁਚੱਜੀ ਵਰਤੋਂ ਹੋਈ ਤੇ ਵਿਕਾਸ ਹੈ, ਇਹਦੇ 'ਚੋਂ ਬਹੁਤ ਖੁਸ਼ੀਆਂ ਭਰੇ ਨਤੀਜੇ ਨਿਕਲ ਆਉਣਗੇ। ਇਸ ਕਰਕੇ ਉਸ ਦੇ ਡਰ ਨੇ ਉਹਨੂੰ ਮਜਬੂਰ ਕੀਤਾ ਭਈ ਕੋਈ ਇਹੋ ਜਿਹਾ ਬੰਨ੍ਹਣੋਂ ਬੰਨਿਆ ਜਾਏ ਜਿਹਦੇ ਨਾਲ ਇਹਦੀ ਕੁਚੱਜੀ ਵਰਤੋਂ ਨਾ ਹੋਵੇ। ਉਹਨੇ ਕੀ ਕੀਤਾ,
ਆਪਣੀ ਵਸੀਅਤ ਬਣਾਈ ਕਿ ਜਦੋਂ ਮੈਂ ਸੰਸਾਰ ਤੋਂ ਜਾਵਾਂ ਮੇਰੀ ਜਿੰਨੀ ਅਥਾਹ ਧਨ ਦੌਲਤ ਹੈ ਉਹ ਸਾਰੀ ਦੀ ਸਾਰੀ ਜਿਹੜੀ ਹੈ ਜਮ੍ਹਾਂ ਕਰਕੇ ਉਹਦੇ ਵਿਆਜ ਨਾਲ ਇੱਕ ਸ਼ਾਂਤੀ ਪੁਰਸਕਾਰ ਦਿੱਤਾ ਜਾਵੇ ਸੰਸਾਰ ਦੇ ਉਸ ਬੰਦੇ ਨੂੰ ਜਿਹੜਾ ਸੰਸਾਰ ਦੀ ਮਨੁੱਖਤਾ ਦੀ ਸ਼ਾਂਤੀ ਵਾਸਤੇ ਕੰਮ ਕਰੇ। ਨੋਬਲ ਪੀਸ ਪ੍ਰਾਈਜ਼ ਉਹਦੇ ਨਾਮ ਤੇ ਫਿਰ ਇਸ ਕਰਕੇ ਚੱਲਿਆ ਕਿਉਂਕਿ ਉਹਨੇ ਡਾਇਨਾਮਾਈਟ ਦੀ ਖੋਜ ਕਰਨ ਤੋਂ ਬਾਅਦ ਇੱਕ ਭੈ ਮਹਿਸੂਸ ਕੀਤਾ ਕਿ ਬੰਦਾ ਜਿਹੜਾ ਹੈ ਨਾ ਉਹ ਚੀਜ਼ ਪ੍ਰਾਪਤ ਤੇ ਕਰ ਲੈਂਦਾ ਪਰ ਕੁਚੱਜੀ ਵਰਤੋਂ ਜੇ ਕਰੇ ਨਾ ਫਿਰ ਉਹਦਾ ਖਮਿਆਜ਼ਾ ਭੁਗਤਦਾ ਹੈ। ਅਤੇ ਮੇਰੀ ਕਾਢ ਦਾ ਕਿਤੇ ਖਮਿਆਜ਼ਾ ਮੌਤ ਦੇ ਤਾਂਡਵ ਨਾਚ ਵਿੱਚ ਨਾ ਨਿਕਲੇ, ਇਸ ਕਰਕੇ ਯਤਨ ਕਰਾਂ। ਉਹਨੇ ਨੋਬਲ ਪੀਸ ਪ੍ਰਾਈਜ਼ ਸ਼ਾਂਤੀ ਪੁਰਸਕਾਰ ਕਾਇਮ ਕਰਤਾ ਜਿਹੜਾ ਅੱਜ ਤੱਕ ਦਿੱਤਾ ਜਾਂਦਾ। ਪਰ ਬੰਦਾ ਤੇ ਬੰਦੇ ਦਾ ਪੁੱਤ ਨਹੀਂ ਬਣਦਾ ਨਾ। ਉਸ ਦੇ ਉਸ ਬਾਰੂਦ ਨੂੰ ਬੰਬ ਬਣਾ ਕੇ ਅੱਜ ਯੂਕਰੇਨ ਦੇ ਵਿੱਚ ਹੱਸਦਾ ਰਸਦਾ ਮੁਲਕ ਤਬਾਹ ਹੋ ਗਿਆ, ਖਤਮ ਹੋ ਗਿਆ, ਖੰਡਰ ਬਣ ਗਿਆ। ਲੱਖਾਂ ਦੀ ਗਿਣਤੀ ਵਿੱਚ ਲੋਕ ਹੱਸਦੇ ਖੇਡਦੇ ਮੌਤ ਦੇ ਮੂੰਹ 'ਚ ਜਾ ਸੁੱਤੇ। ਕੌਣ ਜ਼ਿੰਮੇਵਾਰ ਹੈ ਜੀ ਇਸ ਵਾਸਤੇ? ਮਹਾਰਾਜ ਕਹਿੰਦੇ ਦੁੱਖ ਪਾਪ ਕਾ ਨਾਸ਼ ਤੇ ਉਦੋਂ ਹੀ ਹੁੰਦਾ ਜਦੋਂ ਤੁਸੀਂ ਸਿਫਤ ਸਲਾਹ ਦੀ ਬਾਣੀ ਨੂੰ ਆਪਣੀ ਸੁਰਤੀ ਦੇ ਪਿਆਰ ਨਾਲ ਸੁਣਦੇ ਹੋ। ਫਿਰ ਵਿਗਾਸ ਆਉਂਦਾ, ਫਿਰ ਆਨੰਦ ਖੇੜਾ ਆਉਂਦਾ। ਵਿਨਾਸ਼ ਤੋਂ ਬਚਣਾ ਹੈ ਜੇ ਵਿਗਾਸ ਦੇ ਅਧਿਕਾਰੀ ਬਣਨਾ, ਫਿਰ ਮਹਾਰਾਜ ਕਹਿੰਦੇ ਇੱਦਾਂ ਗੁਰੂ ਨੂੰ ਅੰਦਰ ਦੇ ਸੁਰਤੀ ਦੇ ਪਿਆਰ ਨਾਲ ਸੁਣਨਾ ਸਿੱਖ ਲਓ। ਮਹਾਰਾਜ ਰਹਿਮਤ ਕਰਨ। ਇਸ ਤਰ੍ਹਾਂ ਦੀ ਸਰੋਤ ਬਿਰਤੀ, ਸ਼ਰਵਣ ਬਿਰਤੀ, ਸੁਣਨ ਦੀ ਸੁਰਤੀ ਬਿਰਤੀ ਸਾਨੂੰ ਗੁਰੂ ਦਰ 'ਤੇ ਆਉਣ ਵਾਲਿਆਂ ਨੂੰ ਪ੍ਰਾਪਤ ਹੋਵੇ। ਪਾਤਸ਼ਾਹ ਰਹਿਮਤ ਕਰਕੇ ਆਨੰਦਮਈ ਬਖਸ਼ਿਸ਼